ਲਾਸਟ ਮੁਲਾਕਾਤ ਤੁਹਾਡੀ ਕਦੋਂ ਹੋਈ ਸੰਤਾਂ ਨਾਲ ਜਾਂ ਜਨਰਲ ਸਬੇਗ ਸਿੰਘ ਨਾਲ, ਅਮਰੀਕ ਸਿੰਘ ਨਾਲ? ਦੇਖੋ ਜਿਹੜੀ ਲਾਸਟ ਮੁਲਾਕਾਤ ਆ ਉਹ ਤਾਂ ਸਾਡੀ 3 ਤਰੀਕ ਰਾਤ ਦੀ ਹੋਈ। ਉਹ ਇਹੋ ਹੀ ਕਹਿੰਦੇ ਰਹੇ ਵੀ ਤੁਸੀਂ ਆਪਣੇ ਡਟੇ ਰਹੋ, ਅਸੀਂ ਹਾਰਦੇ ਨਹੀਂ, ਅਸੀਂ ਜਿੱਤ ਕੇ ਜਾਵਾਂਗੇ, ਹਾਰਦੇ ਨਹੀਂ ਇੱਥੋਂ, ਕਿਉਂਕਿ ਆਰਮੀ ਆਪਾਂ ਤੇ ਅਕਾਲ ਤਖਤ ਉਹਨਾਂ ਚਿਰ ਮੈਂ ਨਹੀਂ ਛੱਡੂੰਗਾ ਜਿੰਨਾ ਚਿਰ ਮੇਰੇ ਅੰਦਰ ਸਵਾਸ ਨਹੀਂ। ਤੇ ਜਦੋਂ ਕੋਈ ਘਰ ਤੇ ਤੁਹਾਡੇ ਤੇ ਹਮਲਾ ਕਰਨ ਆ ਗਿਆ ਫਿਰ ਤੁਸੀਂ ਐਵੇਂ ਹੱਥ ਧਰ ਕੇ ਬੈਠੇ ਰਹੋ। ਵੈਸੇ ਤਾਂ ਮੁਕਾਬਲਾ ਵੇਖੋ, ਅਸੀਂ ਇਹ ਕਹਿ ਦਈਏ ਵੀ ਹਿੰਦੁਸਤਾਨ ਦੀ ਸਰਕਾਰ ਨਾਲ ਮੁਕਾਬਲਾ ਥੋੜ੍ਹਾ ਸੀ। ਜਨਰਲ ਸਬੇਗ ਸਿੰਘ ਨੇ ਕੋਈ ਟ੍ਰੇਨਿੰਗ ਦਿੱਤੀ ਨਹੀਂ, ਸੀ ਕੋਈ- ਤੁਹਾਨੂੰ, ਜਾਂ ਕੋਈ- ਕੋਈ ਅਸਲਾ ਇਹ ਕਿੱਥੋਂ ਅਸਲਾ ਆਉਂਦਾ ਸੀ, ਕਿਵੇਂ ਆਇਆ ਤੁਹਾਡੇ ਤੇ ਕੋਲ? ਇਹ ਤਾਂ ਸਮਝਣ ਵਾਲੇ ਨਹੀਂ ਦੱਸ ਸਕਦੇ ਵੀ ਕਿੱਥੋਂ ਆਇਆ ਸਾਡੇ ਕੋਲੇ। ਸਾਨੂੰ ਤਾਂ ਉਸ ਦਿਨ 3 ਤਰੀਕ ਸ਼ਾਮ ਨੂੰ ਮਿਲਿਆ। ਤੁਸੀਂ ਉਦੋਂ ਚਲਾਈਆਂ ਫਿਰ ਗੋਲੀਆਂ? ਹਾਂ ਬਿਲਕੁਲ ਜੀ, ਬਿਲਕੁਲ ਗੋਲੀਆਂ ਚਲਾਉਣਾ। ਤੇ ਵੇਖੋ ਅਸੀਂ ਗਏ ਹੀ ਉਸ ਕੰਮ ਸੀ ਕਿ ਜਦੋਂ ਸਾਨੂੰ ਅਸੀਂ ਗੋਲੀ ਚਲਾਉਣਾ ਨਹੀਂ ਸੀ ਚਾਹੁੰਦੇ। ਖਬਰਾਂ ਸੰਤਾਂ ਕੋਲੇ ਆਈਆਂ, ਸਾਡੇ ਕੋਲੇ ਖਬਰਾਂ ਮਿਲੀਆਂ, ਸਾਨੂੰ ਬਾਹਰੋਂ ਫੋਨ ਆਉਣੇ ਸ਼ੁਰੂ ਹੋਏ ਵੀ ਵੱਡੀ ਮਾਤਰਾ ਵਿੱਚ ਟੈਂਕ ਤੇ ਆਰਮੀ ਜਿਹੜੀ ਹੈ ਉਹ ਅੰਮ੍ਰਿਤਸਰ ਵੱਲ ਨੂੰ ਆ ਰਹੀ ਹੈ। ਸੰਤਾਂ ਨੇ ਸੱਦ ਕੇ 3 ਤਰੀਕ ਸ਼ਾਮ ਨੂੰ ਬਹੁਤ ਸਾਰੇ ਸਿੰਘਾਂ ਨੂੰ ਸੱਦ ਕੇ ਵੀ ਕਿਹਾ ਵੀ ਜੇ ਤੁਸੀਂ ਜਾਣਾ ਚਾਹੁੰਦੇ ਹੋ ਤੇ ਤੁਸੀਂ ਜਾ ਸਕਦੇ ਹੋ। ਤੇ ਜਦੋਂ ਸਾਡੇ ਤੇ ਮੋਰਚੇ ਤੇ ਕਬਜ਼ਾ ਹੋ ਗਿਆ ਉਦੋਂ ਅਸੀਂ ਅੰਦਰ ਨੂੰ ਬਾਹਰ ਨੂੰ ਭੱਜਣ ਦੀ ਬਜਾਏ ਅਸੀਂ ਅੰਦਰ ਦਰਬਾਰ ਸਾਹਿਬ ਨੂੰ ਆਉਣਾ ਬਿਹਤਰ ਸਮਝਿਆ ਕਿ ਜੇ ਮਰਨਾ ਹੈ ਤਾਂ ਅੰਦਰ ਜਾ ਕੇ ਮਰੀਏ, ਬਾਹਰ ਜਾ ਕੇ ਗਲੀਆਂ 'ਚ ਨਾ ਮਰੀਏ। ਸਾਨੂੰ ਉਹਨਾਂ ਲਾਈਨਾਂ ਦੇ ਵਿੱਚ ਅੱਗੇ ਕਰਕੇ ਲਾਤਾ। ਫਿਰ ਇਹਨਾਂ ਐਲਐਮ ਦੀਆਂ ਬੀਟੀਆਂ 2 ਟੈਂਕ ਲਾਤੇ, ਇੱਕ ਪਿੱਛੇ ਇੱਕ ਅੱਗੇ ਲਾਤਾ। ਤੇ ਉੱਥੇ ਸਾਨੂੰ 28 ਘੰਟੇ ਲਗਾਤਾਰ ਅਸੀਂ ਵੱਜੇ ਰਹੇ ਹਾਂ, ਅਲਫਨੰਗੇ ਰਹੇ ਹਾਂ। ਇਹ ਫੋਟੋਆਂ ਜਿਹੜੀਆਂ ਹੈ ਇਹ ਮੇਰੇ ਵੱਜੇ ਦੀ ਵਿੱਚ ਮੇਰੀ ਫੋਟੋ ਹੈ। ਉਹ ਜਦੋਂ ਸਾਡਾ ਕਮਾਂਡਰ ਜਾਨ ਦੇ ਗਿਆ, ਭਾਈ ਅਮਰੀਕ ਸਿੰਘ ਜਾਨ ਦੇ ਗਏ, ਜਨਰਲ ਸਬੇਗ ਸਿੰਘ ਜਾਨ ਦੇ ਗਿਆ, ਤੇ ਫਿਰ ਜਿਹੜੇ ਬਚੇ ਉਹ ਖਬਰ ਕਿੱਥੋਂ ਮਿਲੀ? ਮੈਂ ਆਪ ਵੇਖਿਆ ਜੀ। ਉਦੋਂ ਤਾਂ ਬਿਲਕੁਲ ਬੰਬਾਰੀ ਬਹੁਤ ਜ਼ਬਰਦਸਤ ਕੀਤੀ ਇਹਨਾਂ ਨੇ। ਉਹ ਫਿਰ ਸਾਨੂੰ ਉੱਤਰਦੇ ਅਸੀਂ ਦੇਖਿਆ, ਅਸੀਂ ਉੱਥੇ ਪੁੰਗੇ ਕੋਲੇ ਬੈਠੇ ਸੀਗੇ, ਬਾਬੇ ਦੀਪ ਸਿੰਘ ਦੇ ਪੁੰਗੇ ਕੋਲੇ ਬੈਠੇ ਸੀਗੇ। ਫਿਰ ਇਹਨਾਂ ਨੇ ਮੈਨੂੰ ਉਠਾਇਆ ਵੀ ਵਿੱਚੋਂ ਕਿ ਤੂੰ ਜਾ ਕੇ ਪਛਾਣ ਕਰ। ਉਹ ਮੈਂ ਉੱਠ ਪਿਆ, ਉੱਠਣਾ ਸੀਗਾ। ਉਹ ਕਹਿੰਦਾ ਨਹੀਂ ਇਹਨੂੰ ਨਹੀਂ ਪਤਾ, ਮੈਨੂੰ ਪਤਾ, ਮੈਨੂੰ ਲੈ ਕੇ ਜਾਓ। ਅਸੀਂ ਸਾਹਮਣੇ ਦੇਖ ਰਹੇ ਹਾਂ ਜਦੋਂ ਉਹਨੇ ਜਾ ਕੇ ਉਂਗਲ ਕੀਤੀ ਉਹਨਾਂ ਦੇ ਫੁੱਲਪੁਰੀ 'ਚ ਗੋਲੀ ਮਾਰੀ, ਕਰਾ ਕੇ ਬੜਾ ਹੀ ਮਾਰਤਾ। ਕੀ ਟੌਰਚਰ ਕਰਦੇ ਰਹੇ ਵੈਸੇ? ਬਾਅਦ ਚੋਂ ਜੇਲ੍ਹ 'ਚ ਵੀ ਹੋਰ ਥਾਵਾਂ ਪਾਣੀ ਮੰਗਿਆ, ਇਹਨਾਂ ਨੇ ਉੱਪਰ ਲਾ ਕੇ LMG ਫਿੱਟ ਕਰਕੇ ਛੋਟੇ ਰੋਸ਼ਨਦਾਨ ਨੂੰ ਤੋੜ ਕੇ ਤੇ ਸਾਡੇ 35-40 ਬੰਦੇ ਉੱਥੇ ਮਾਰ ਦਿੱਤੇ। ਅਸੀਂ ਉਹ ਰਾਤ ਸਾਰੀ ਜਿਹੜਾ ਲਹੂ ਚੱਟ ਕੇ ਗੁਜ਼ਾਰਾ ਕੀਤਾ। ਮੇਰੇ ਵੀ ਲੱਗੀ ਆ ਗੋਲੀ ਇੱਥੇ ਸਿਰ ਦੇ ਵਿੱਚ ਹੈਗੀ ਹੈ ਜੀ ਵੀ। ਜੇ ਰੋਟੀ ਦੇਣੀ ਤਾਂ ਜਿਹੜੇ ਕੁੱਤੇ ਰੱਖੇ ਸੀ ਇਹਨਾਂ ਨੇ, ਰੋਟੀ ਫੜਾਉਣੀ ਨਾਲ ਸੰਗਲੀ ਢਿੱਲੀ ਉਹਦੀ ਕਰਨੀ, ਉਹਨੇ ਰੋਟੀ ਖੋਹ ਲੈਣੀ, ਸਾਨੂੰ ਵਾਪਸ ਭੇਜ ਦੇਣਾ ਕੁੱਟ ਕੇ। ਸਮੇਂ ਦੀ ਸਰਕਾਰ ਕਿਸੇ ਦੀ ਵੀ ਹੋਵੇ, ਭਾਵੇਂ ਅੰਗਰੇਜ਼ ਦੀ ਹੋਵੇ, ਭਾਵੇਂ ਮੁਗਲਾਂ ਦੀ ਹੋਵੇ, ਭਾਵੇਂ ਅੱਜ ਸੈਂਟਰ ਦੀ ਸਰਕਾਰ ਹੈ, ਚਾਹੇ ਇੰਦਰਾ ਗਾਂਧੀ ਦੀ ਸੀ, ਉਹਨਾਂ ਵੀ ਉਹ ਕੁਝ ਕੀਤਾ ਪੰਜਾਬ ਨਾਲ। ਜੇ ਅੱਜ ਮੋਦੀ ਦੀ ਹੈ ਉਹਨਾਂ ਵੀ ਉਹ ਕੁਝ ਕੀਤਾ। ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਯਾਦਵਿੰਦਰ ਸਿੰਘ। 1 ਜੂਨ ਤੋਂ 6 ਜੂਨ ਦੇ ਦਿਨ ਪੰਜਾਬ ਤੇ ਸਿੱਖ ਇਤਿਹਾਸ 'ਚ ਹਮੇਸ਼ਾ ਯਾਦ ਕੀਤੇ ਜਾਂਦੇ ਨੇ ਤੇ ਯਾਦ ਕੀਤੇ ਜਾਂਦੇ ਰਹਿਣਗੇ। ਉਦੋਂ ਬਹੁਤ ਸਾਰੇ ਨੌਜਵਾਨ ਫੈਡਰੇਸ਼ਨ ਸੀ ਔਰ ਫੈਡਰੇਸ਼ਨ ਦੇ ਹੀ ਇੱਕ ਨੌਜਵਾਨ ਸੀ ਜਸਬੀਰ ਸਿੰਘ ਘੁੰਮਣ, ਜਿਹੜੇ ਬਾਅਦ 'ਚੋਂ ਐਡਵੋਕੇਟ ਬਣੇ ਔਰ 1 ਤੋਂ 6 ਜੂਨ ਤੱਕ ਉਹ ਵੀ ਅੰਦਰ ਰਹੇ, ਗ੍ਰਿਫਤਾਰ ਵੀ ਹੋਏ। ਸਾਡੇ ਨਾਲ ਨੇ, ਗੱਲਬਾਤ ਉਹਨਾਂ ਨਾਲ ਕਰਦੇ ਹਾਂ ਕਿ ਕਿਸ ਤਰ੍ਹਾਂ ਦਾ ਤਜਰਬਾ ਉਹਨਾਂ ਦਾ ਸੀ ਔਰ ਕਿਵੇਂ ਉਹ ਦਰਬਾਰ ਸਾਹਿਬ ਆਏ। ਸਵਾਗਤ ਹੈ ਜੀ ਪ੍ਰੋ ਪੰਜਾਬ ਟੀਵੀ। ਖਾਲਸਾ ਵਾਹਿਗੁਰੂ ਫਤਿਹ ਜੀ। ਜਸਬੀਰ ਜੀ, ਮੈਂ ਸਭ ਤੋਂ ਪਹਿਲਾਂ ਜਾਣਨਾ ਚਾਹੂੰਗਾ ਦਰਬਾਰ ਸਾਹਿਬ ਨਾਲ ਤੁਹਾਡਾ ਕਿਵੇਂ ਰਿਸ਼ਤਾ? ਇੱਕ ਸਿੱਖ ਦੇ ਨਾਤੇ ਤਾਂ ਸਾਰੇ ਮੱਥਾ ਟੇਕਣ ਆਉਂਦੇ ਨੇ, ਪਰ ਇੱਕ ਮੂਵਮੈਂਟ ਦੇ ਨਾਤੇ ਜਾਂ ਉਸ ਪੂਰਾ ਜਿਹੜਾ ਹਮਲਾ ਹੋ ਰਿਹਾ ਸੀ ਉਹਦੇ ਨਾਤੇ ਤੁਹਾਡਾ ਰਿਸ਼ਤਾ ਕੀ ਸੀਗਾ? ਮੇਰਾ ਜੀ ਵਿਦਿਆਰਥੀ ਜੀਵਨ ਤੋਂ ਹੀ ਸੰਤ ਬਾਬਾ ਜਰਨੈਲ ਸਿੰਘ ਹੋਣਾ ਨਾਲ ਮੇਰਾ ਬਹੁਤ ਗੂੜਾ ਰਿਸ਼ਤਾ ਸੀਗਾ। ਤੇ ਭਾਈ ਅਮਰੀਕ ਸਿੰਘ ਹੋਣੀ ਸਾਡੇ ਫੈਡਰੇਸ਼ਨ ਦੇ ਪ੍ਰਧਾਨ ਜਦੋਂ ਬਣੇ, ਸਾਡਾ ਉਹਨਾਂ ਦਾ ਰਿਸ਼ਤਾ ਹੋਰ ਵੀ ਵੱਧ ਗਿਆ। ਜਦੋਂ ਮੈਂ ਕਾਲਜ ਵਿੱਚ ਆ ਕੇ ਦਾਖਲ ਹੋਇਆ ਤਾਂ ਅਸੀਂ ਆ ਕੇ ਜਦੋਂ ਦੇਖਿਆ ਵੀ ਉੱਥੇ ਨਾਸਤਿਕਤਾ ਦਾ ਬਹੁਤ ਬੋਲਬਾਲਾ ਸੀਗਾ ਤੇ ਕਾਮਰੇਡ ਵਿਚਾਰਧਾਰਾ ਜਿਹੜੀ ਬਹੁਤ ਹਾਵੀ ਸੀਗੀ ਉਸ ਵੇਲੇ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ, ਤੇ ਫੈਡਰੇਸ਼ਨ ਜਿਹੜੀ ਆ ਉਹ ਬਿਲਕੁਲ ਉਸ ਵੇਲੇ ਡੈੱਡ ਹੋ ਚੁੱਕੀ ਸੀਗੀ। ਭਾਈ ਅਮਰੀਕ ਸਿੰਘ ਹੋਣਾ ਦੇ ਪ੍ਰਧਾਨ ਬਣਨ ਨਾਲ ਫੈਡਰੇਸ਼ਨ ਨੂੰ ਇੱਕ ਨਵਾਂ ਹੁਲਾਰਾ ਮਿਲਿਆ। ਭਾਈ ਅਮਰੀਕ ਸਿੰਘ ਦੀ ਪਿੱਠ ਤੇ ਸੰਤ ਬਾਬਾ ਜਰਨੈਲ ਸਿੰਘ ਹੋਣੀ ਖੜੇ ਸੀ। ਉਹਨਾਂ ਦੋਵਾਂ ਦਾ ਜਿਹੜਾ ਜੋੜ ਮੇਲ ਸੀਗਾ ਉਹਨੇ ਫੈਡਰੇਸ਼ਨ ਨੂੰ ਆਪਣੀਆਂ ਬੁਲੰਦੀਆਂ ਤੇ ਪਹੁੰਚਾਇਆ। ਸਾਨੂੰ ਉਸ ਵੇਲੇ ਅਸੀਂ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਭਾਈ ਅਮਰੀਕ ਸਿੰਘ ਹੋਣਾ ਤੋਂ, ਸੰਤ ਜਰਨੈਲ ਸਿੰਘ ਦੀ ਵਿਚਾਰਧਾਰਾ ਤੋਂ ਅਸੀਂ ਫੈਡਰੇਸ਼ਨ ਵਿੱਚ ਆਏ। ਸਾਨੂੰ ਬਹੁਤ ਉਹਨਾਂ ਦਾ ਨਿੱਘ ਵੀ ਮਿਲਿਆ ਤੇ ਕੰਮ ਕਰਨ ਦਾ ਵੀ ਬਹੁਤ ਵਧੀਆ ਮੌਕਾ ਮਿਲਿਆ। ਤੇ 1 ਤੋਂ 6 ਜੂਨ ਤੱਕ ਤੁਸੀਂ ਕਿੱਥੇ ਸੀਗੇ? ਹਾਂ, ਜਿਵੇਂ ਤੁਸੀਂ
ਕਹਿ ਰਹੇ ਸੀ ਵੀ 101 ਤੋਂ 6 ਜੂਨ ਦਾ ਜਿਹੜਾ ਜੇ ਦਿਹਾੜਾ ਮੈਂ ਹੈ। ਸ਼ੁਰੂ ਕਰਾਂ ਕਿ ਇੱਕ ਤੋਂ ਸ਼ੁਰੂ ਕਰੋ ਜੇ ਤੁਸੀਂ, ਹਾਂ, ਇੱਕ ਨੂੰ ਕੀ ਹੋਇਆ ਸੀ? 1 ਜੂਨ ਨੂੰ ਅਸੀਂ, ਮੈਂ ਤੇ ਭਾਈ ਅਮਰੀਕ ਸਿੰਘ ਜੀ ਕੁਝ ਸਿੰਘਾਂ ਨਾਲ ਲੰਗਰ ਵਾਲੀ ਬਿਲਡਿੰਗ ਦੇ ਉੱਪਰ ਖੜੇ ਸੀਗੇ। 12 ਵਜੇ ਦੇ ਕਰੀਬ ਅਰਧ ਸੈਨਿਕ ਬਲਾਂ ਵੱਲੋਂ ਇੱਕ ਰਿਹਰਸਲ ਕੀਤੀ ਗਈ। ਉਸ ਵੇਲੇ ਬਾਹਰੋਂ ਗੋਲੀ ਚਲਾਈ ਗਈ, ਉਹਦੇ ਵਿੱਚ 12-13 ਸਿੰਘ ਸ਼ਹੀਦ ਹੋਏ। ਸੰਤ ਬਾਬਾ ਜਰਨੈਲ ਸਿੰਘ ਹੋਣਾ ਦਾ ਹੁਕਮ ਸੀਗਾ ਕਿ ਉਦੋਂ ਲੰਗਰ 'ਤੇ ਸੀ, ਜਦੋਂ ਇਹ ਗੋਲੀ ਚੱਲੀ ਉਹ ਚਲੇ ਗਏ ਅਕਾਲ ਤਖਤ ਸਾਹਿਬ 'ਤੇ। ਉਹ ਹੁਕਮ ਇਹ ਹੋ ਗਿਆ ਵੀ ਤੁਸੀਂ ਕੋਈ ਅੰਦਰੋਂ ਗੋਲੀ ਨਹੀਂ ਚਲਾਉਣੀ। ਜਨਰਲ ਸਵੇਕ ਸਿੰਘ ਹੋਣਾ ਨੇ ਵੀ ਇਹੋ ਗੱਲ ਕਹੀ, ਭਾਈ ਅਮਰੀਕ ਸਿੰਘ ਨੇ ਕਿਹਾ ਸੀ ਸਾਰਾ ਉਹ ਜਿਹੜਾ ਗੋਲੀ ਚੱਲਦੀ ਅਸੀਂ ਲੰਗਰ ਦੀ ਉੱਪਰਲੀ ਬਿਲਡਿੰਗ 'ਤੇ ਖਲੋ ਕੇ ਦੇਖੀ, ਉਹਦੇ ਵਿੱਚ ਸਾਡੇ ਸਿੰਘ ਸ਼ਹੀਦ ਹੋ ਗਏ। ਪਰ ਸਾਨੂੰ ਉਦੋਂ ਪਤਾ ਲੱਗਾ ਜਦੋਂ ਸਰਕਾਰ ਨੇ ਉਹਨਾਂ ਦੇ ਪੋਸਟਮਾਰਟਮ ਵੀ ਕਰਾਉਣੇ ਜਾਇਜ਼ ਨਾ ਸਮਝੇ, ਤੇ ਸਰਦਾਰ ਮਹਿੰਗਾ ਸਿੰਘ ਜਿਹੜਾ ਉੱਥੇ ਸ਼ਹੀਦ ਹੋਇਆ ਬਬਰਾਂਦਾ ਸਿੰਘ, ਉਹਦਾ ਸੰਸਕਾਰ ਵੀ ਅੰਦਰ ਕਰਨਾ ਪਿਆ। ਤੇ ਉਹ ਸਾਰਾ ਮੈਂ ਜਿਹੜਾ ਮੰਜ਼ਰ ਉਹ ਦੇਖਿਆ ਸੀਗਾ। ਤੇ ਸਰਕਾਰ ਨੇ, ਮੈਂ ਸਮਝਦਾ ਸੀ ਕਿ ਸਰਕਾਰ ਨੇ 1 ਤਰੀਕ ਨੂੰ ਹੀ ਇਹ ਆਪਣੀ ਰਿਹਰਸਲ ਜਿਹੜੀ ਆ ਉਸ ਵੇਲੇ ਕਰਕੇ ਦੇਖ ਲਈ ਸੀ। ਉਹ ਦੇਖਣਾ ਚਾਹੁੰਦੇ ਸੀ ਕਿ ਅੰਦਰ ਹਥਿਆਰ ਕਿਹੜੇ ਕਿਹੜੇ ਆ। ਤੇ ਮੈਂ ਦਾਤ ਦਿੰਦਾ ਉਹਨਾਂ ਮਹਾਂਪੁਰਖਾਂ ਦੀ ਵੀ, ਜਨਰਲ ਸਵੇਕ ਸਿੰਘ ਦੀ, ਜਿਨ੍ਹਾਂ ਨੇ ਸਾਰੇ ਸਿੰਘਾਂ ਨੂੰ ਮਨ੍ਹਾ ਕੀਤਾ ਵੀ ਤੁਸੀਂ ਕੋਈ ਵੀ ਗੋਲੀ, ਇੱਕ ਵੀ ਗੋਲੀ ਨਹੀਂ ਚਲਾਉਣੀ ਆਪਾਂ। ਉਹ ਜੋ 6 ਘੰਟੇ ਲਗਾਤਾਰ ਬਾਹਰੋਂ ਗੋਲੀ ਆਉਂਦੀ ਰਹੀ, ਪਰ ਇੱਕ ਵੀ ਗੋਲੀ ਜਿਹੜੀ ਮੇਰੇ ਹਿਸਾਬ ਨਾਲ ਇੱਕ ਵੀ ਅੰਦਰੋਂ ਕੋਈ ਵਿਰਲੀ ਵਾਂਝੀ ਕਿਤੇ ਚਲੇ ਗਈ ਹੋਵੇ ਤਾਂ ਵੱਖਰੀ ਗੱਲ ਹੈ, ਕਿਤੇ ਇੱਕ ਵੀ ਗੋਲੀ ਨਹੀਂ ਚੱਲੀ, ਜਿਹਦੇ ਕਰਕੇ ਹਿੰਦੁਸਤਾਨ ਦੀ ਫੌਜ ਨੂੰ ਇਹ ਭੁਲੇਖਾ ਹੀ ਬਣਿਆ ਰਿਹਾ ਵੀ ਇਹਨਾਂ ਕੋਲੇ ਕੁਝ ਨਹੀਂ ਗਾ, ਤੇ ਉਹ ਸਾਡੇ ਕੋਲੇ ਮਾਤ ਖਾ ਗਈ। 1 ਤਰੀਕ ਨੂੰ, 2 ਤਰੀਕ ਨੂੰ ਫਿਰ ਕੀ ਮਤਲਬ? 2 ਤਰੀਕ ਨੂੰ ਬਿਲਕੁਲ ਚੁੱਪ ਰਿਹਾ, ਕੋਈ ਸ਼ਾਂਤੀ ਰਹੀ ਆ। ਫੋਰਸਾਂ ਨੇ ਆਪਣੇ ਆਪਣੇ ਮੋਰਚੇ ਮੱਲੇ ਸੀਗੇ, ਸੰਤਾਂ ਵੀ ਚਿੰਤਾ ਸੀਗੇ ਕਿ ਅਟੈਕ ਕਰਨਗੇ ਸਾਡੇ 'ਤੇ। ਤੇ ਉਸ ਅਟੈਕ ਦੀ ਤਿਆਰੀ ਵਾਸਤੇ ਜਨਰਲ ਸਵੇਕ ਸਿੰਘ ਹੋਣਾ ਨੇ 2 ਤਰੀਕ ਨੂੰ ਆਪਣਾ ਸਾਰੇ ਸਿੰਘਾਂ ਨੂੰ ਬੁਲਾ ਕੇ, ਸੰਤਾਂ ਨੇ ਬੁਲਾ ਕੇ, ਇਕੱਲੇ ਨੂੰ ਵੀ ਕਿਹਾ, ਇਕੱਠਿਆਂ ਨੂੰ ਵੀ ਕਿਹਾ ਵੀ ਆਪਾਂ ਨੂੰ ਹੋ ਸਕਦਾ ਕਿ ਦਰਬਾਰ ਸਾਹਿਬ 'ਤੇ ਕਦੀ ਵੀ ਅਟੈਕ ਹੋ ਸਕਦਾ, ਉਹਦੇ ਵਾਸਤੇ ਆਪਾਂ ਨੂੰ ਤਿਆਰੀ ਕਰਨੀ ਚਾਹੀਦੀ ਆ। ਸਿੰਘਾਂ ਨੇ ਆਪਣੇ ਮੋਰਚੇ ਬਣਾਉਣੇ 2 ਤਰੀਕ ਤੋਂ ਸ਼ੁਰੂ ਕਰਤੇ। ਬਾਹਰ ਬੜਾ ਸ਼ਾਂਤੀ ਸੀਗੀ, ਕਿਸੇ ਨੇ ਨਹੀਂ ਰੋਕਿਆ ਸੰਗਤਾਂ ਨੂੰ ਆਉਣ ਤੋਂ, ਕਿਸੇ ਨੇ ਨਹੀਂ ਰੋਕਿਆ ਜਾਣ ਤੋਂ, ਤੇ ਨਾ ਹੀ ਕਿਸੇ ਨੇ ਇਹ ਕੋਈ ਕਿਹਾ ਵੀ ਤਾਂ ਅੰਦਰ ਮਤਲਬ ਕੋਈ ਨੁਕਸਾਨ ਹੋਇਆ ਜਾਂ ਨਹੀਂ ਹੋਇਆ। ਉਹ ਸ਼ਾਂਤੀ ਵਾਲਾ ਮਾਹੌਲ 2-3 ਨੂੰ ਇਹਨਾਂ ਨੇ ਰੱਖਿਆ ਬਿਲਕੁਲ, ਤੇ ਬਾਹਰੋਂ ਅੰਦਰ ਆਉਣ ਵਾਸਤੇ ਵੀ ਨਹੀਂ ਰੋਕਦੇ, ਅੰਦਰੋਂ ਜਾਣ ਵਾਸਤੇ ਵੀ ਨਹੀਂ ਸੀ ਰੋਕਦੇ। ਇਸੇ 3 ਤਰੀਕ ਨੂੰ, 3 ਤਰੀਕ ਨੂੰ ਤਾਂ ਫਿਰ ਤੁਸੀਂ ਦੇਖ ਲਓ ਵੀ 3 ਤਰੀਕ ਨੂੰ ਹਿਲਜੁਲ ਹੋਣੀ ਸ਼ੁਰੂ ਹੋ ਗਈ ਸੀ। 3 ਤਰੀਕ ਨੂੰ ਲੱਗਣ ਲੱਗ ਗਿਆ ਸੀ ਕਿ ਜਿਵੇਂ ਖਬਰਾਂ ਸੰਤਾਂ ਕੋਲੇ ਆਈਆਂ, ਸਾਡੇ ਕੋਲੇ ਖਬਰਾਂ ਮਿਲੀਆਂ, ਸਾਨੂੰ ਬਾਹਰੋਂ ਫੋਨ ਆਉਣੇ ਸ਼ੁਰੂ ਹੋਏ ਵੀ ਵੱਡੀ ਮਾਤਰਾ ਵਿੱਚ ਟੈਂਕ ਤੇ ਆਰਮੀ ਜਿਹੜੀ ਹੈ ਉਹ ਅੰਮ੍ਰਿਤਸਰ ਵੱਲ ਨੂੰ ਆ ਰਹੀ ਹੈ, ਤੇ ਸਾਨੂੰ ਲੱਗਦਾ ਕਿ ਅੰਮ੍ਰਿਤਸਰ ਨੂੰ ਘੇਰਾ ਪਾ ਸਕਦੇ ਆ, ਪੰਜਾਬ ਨੂੰ ਘੇਰਾ ਪਾ ਸਕਦੇ ਆ, ਤੇ ਤੁਹਾਡੇ 'ਤੇ ਅਟੈਕ ਹੋ ਸਕਦਾ। ਉਸ ਵੇਲੇ ਓਬਵੀਅਸਲੀ ਸੀ ਕਿ ਅਸੀਂ ਮਤਲਬ ਤਿਆਰ ਸੀਗੇ ਵੀ ਜੇ ਘੇਰਾ ਪਾਇਆ ਤਾਂ ਜਬ ਆਪ ਕੀ ਉਹਦੇ ਨਾਲ ਮਰਿਆ ਤੇ ਰਨ ਮੇ ਤਬ ਜੂਝ ਮਰੂ। ਸੰਤਾਂ ਨੇ ਸੱਦ ਕੇ 3 ਤਰੀਕ ਸ਼ਾਮ ਨੂੰ ਬਹੁਤ ਸਾਰੇ ਸਿੰਘਾਂ ਨੂੰ ਸੱਦ ਕੇ ਵੀ ਕਿਹਾ ਵੀ ਜੇ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਜਾ ਸਕਦੇ ਹੋ। ਬਹੁਤ ਸਾਰੇ ਸਿੰਘ ਗਏ ਵੀ, ਨਿਕਲ ਵੀ ਗਏ ਉੱਥੋਂ ਲੋਕ, ਪਰ ਇਹਨਾਂ ਨੇ ਮੌਕਾ ਉਹ ਚੁਣਿਆ। ਹਿੰਦੁਸਤਾਨ ਦੀ ਬਦਨੀਤੀ ਦਾ ਮੈਂ ਕਹਿ ਸਕਦਾ ਕਿ ਉਹਨਾਂ ਨੇ ਮੌਕਾ ਇਹ ਚੁਣਿਆ ਕਿ ਉਦਣ ਗੁਰੂ ਅਰਜਨ ਪਾਤਸ਼ਾਹ ਦਾ ਸ਼ਹੀਦੀ ਪੁਰਬ ਸੀਗਾ, ਅਤੇ ਸੰਗਤਾਂ ਬਾਹਰੋਂ ਬਹੁਤ ਵੱਡੀ ਗਿਣਤੀ ਵਿੱਚ ਸ਼ਹੀਦੀ ਪੁਰਬ ਮਨਾਉਣ ਵਾਸਤੇ ਆ ਰਹੀਆਂ ਸੀ। ਉਹਨਾਂ ਨੂੰ ਇਹਨਾਂ ਨੇ ਰੋਕਿਆ ਨਹੀਂ। ਇਹਨਾਂ ਦੀ ਇੱਕ ਨੀਅਤ ਇਹ ਸੀ ਕਿ ਜਿੰਨੇ ਵੀ ਵੱਧ ਤੋਂ ਵੱਧ ਬੰਦੇ ਮਾਰੇ ਜਾ ਸਕਣਗੇ ਇਹਨਾਂ ਨੂੰ ਇਕੱਠੇ ਹੋ ਲੈਣ ਦਿਓ, ਉਸ ਤੋਂ ਬਾਅਦ ਕਰਫਿਊ ਲਓ। 3 ਤਰੀਕ ਨੂੰ ਇਹਨਾਂ ਨੇ ਕਿਸੇ ਨੂੰ ਰੋਕਿਆ ਨਹੀਂ। ਜਿਹੜੀ ਰਾਤ ਸੰਗਤ ਠਹਿਰੀ 4 ਨੂੰ ਗੁਰਪੁਰਬ ਸੀ, ਉਹ ਸਾਰੀ ਸੰਗਤ ਅੰਦਰ ਹੀ ਘਿਰ ਗਈ, ਇਸ ਕਰਕੇ ਉਹ ਜ਼ਿਆਦਾ ਨੁਕਸਾਨ ਜਿਹੜੀ ਕੈਜੂਅਲਟੀ ਵੀ ਜ਼ਿਆਦਾ ਇਸ ਕਰਕੇ ਹੋਈ। ਇਹ ਸੀ। ਤੇ 4 ਤਰੀਕ ਤੁਸੀਂ ਕਿੱਥੇ ਸੀ ਇਹਨਾਂ ਦਿਨਾਂ ਦੇ ਅੰਦਰ? ਮਤਲਬ 1 ਨੂੰ ਕਿੱਥੇ ਸੀ, 2 ਨੂੰ ਕਿੱਥੇ ਸੀ, 3 ਨੂੰ ਕਿੱਥੇ ਸੀ, ਉਹ 4 ਨੂੰ ਕਿੱਥੇ ਸੀ? 1 ਨੂੰ ਤਾਂ ਅਸੀਂ ਵੇਖੋ ਤੁਹਾਨੂੰ ਦੱਸਿਆ ਵੀ ਉੱਥੇ ਰਹੇ ਹਾਂ, ਸਾਰੀ ਉਹ ਗੋਲੀ ਵੇਖੀ। 2 ਨੂੰ ਅਸੀਂ ਆਪਣੇ ਕਮਰਿਆਂ ਸੁੱਤੇ ਹਾਂ ਰੈਸਟ ਹਾਊਸ 'ਚ, ਅਤੇ 3 ਨੂੰ ਵੀ ਅਸੀਂ ਉੱਥੇ ਰਹੇ ਹਾਂ। 3 ਨੂੰ ਸ਼ਾਮ ਨੂੰ ਸੰਤਾਂ ਬਾਬਾ ਜਰਨੈਲ ਸਿੰਘ ਹੋਣਾ ਨੇ ਅਕਾਲ ਤਖਤ ਸਾਹਿਬ 'ਤੇ ਬੁਲਾਇਆ, ਅਤੇ ਉਹਨਾਂ ਨੇ ਮੋਰਚਿਆਂ ਦੀ ਜਦੋਂ ਵੰਡ ਕੀਤੀ, ਆਪਣੇ ਸਿੰਘਾਂ ਦੀ ਵੰਡ ਕੀਤੀ ਵੀ ਕਿਹੜਾ ਬੰਦਾ ਕਿੱਥੇ ਬੈਠੂਗਾ ਜਾ ਕੇ। ਉਦੋਂ ਮੇਰੀ ਡਿਊਟੀ ਜਿਹੜੀ ਹੈ, ਇੱਕ ਗੋਲਡਨ ਵਿਊ ਹੋਟਲ ਸੀਗਾ, ਗੋਲਡਨ ਟੈਂਪਲ ਵਿਊ ਉਹਨੂੰ ਕਹਿੰਦੇ ਸੀਗੇ, 5-6 ਮੰਜ਼ਿਲਾ ਹੋਟਲ ਸੀਗਾ ਬਿਲਕੁਲ, ਜਿੱਥੇ ਅੱਜ ਕੱਲ੍ਹ ਉਹ ਜੋੜਾ ਘਰ ਬਣਿਆ, ਉੱਥੇ ਸੀਗਾ। ਉਹਦੀ ਮੈਨੂੰ ਰਾਤ ਨੂੰ 7 ਵਜੇ ਦੇ ਕਰੀਬ ਮੈਨੂੰ ਉਹਦੀ ਜ਼ਿੰਮੇਵਾਰੀ ਸੌਂਪੀ ਗਈ ਵੀ ਤੁਹਾਨੂੰ ਉਹ ਬੰਦੇ, ਤੁਸੀਂ ਉੱਥੋਂ ਬੰਦੇ ਲੈ ਜਾਓ, ਹਥਿਆਰ ਲੈ ਜਾਓ, ਉਸ ਮੋਰਚੇ ਦੀ ਤੁਸੀਂ ਆਪਣੀ ਕਮਾਂਡ ਕਰੋਗੇ। ਅਤੇ ਮੈਂ ਜਵਾਨੀ ਉਮਰ 'ਚ ਹੀ 23-24 ਸਾਲ ਦੇ ਵਿੱਚ, ਅਤੇ ਮੇਰੇ ਨਾਲ ਇੱਕ ਫੌਜੀ ਦਿੱਤਾ। ਸਾਡੇ ਉੱਥੇ 6-7 ਸਿੰਘ ਸ਼ਹੀਦ ਵੀ ਹੋ ਗਏ ਉਸ ਮੋਰਚੇ 'ਚ, 6 ਅਸੀਂ ਬਚੇ ਉਹਦੇ ਵਿੱਚੋਂ। ਅਤੇ ਜਦੋਂ ਸਾਡੇ 'ਤੇ ਮੋਰਚੇ 'ਤੇ ਕਬਜ਼ਾ ਹੋ ਗਿਆ, ਉਦੋਂ ਅਸੀਂ ਅੰਦਰ ਨੂੰ, ਬਾਹਰ ਨੂੰ ਭੱਜਣ ਦੀ ਬਜਾਏ ਅਸੀਂ ਅੰਦਰ ਦਰਬਾਰ ਸਾਹਿਬ ਨੂੰ ਆਉਣਾ ਬਿਹਤਰ ਸਮਝਿਆ ਕਿ ਜੇ ਮਰਨਾ ਹੈ ਤਾਂ ਅੰਦਰ ਜਾ ਕੇ ਮਰੀਏ, ਬਾਹਰ ਜਾ ਕੇ ਗਲੀਆਂ 'ਚ ਨਾ ਮਰੀਏ। ਅਤੇ ਅਸੀਂ ਉਹ ਅੰਦਰ ਆ ਗਏ, ਲੜਾਈ ਲੜੀ। ਤਾਂ ਉਦੋਂ ਜਦੋਂ ਹਮਲਾ ਹੋਇਆ ਮੋਰਚੇ ਦੇ ਉੱਤੇ, ਉਦੋਂ ਕੀ ਬੰਬ ਸਿੱਟੇ ਗਏ? ਕੀ ਸਭ ਤੋਂ ਪਹਿਲਾਂ ਜੀ 3:45 ਵਜੇ ਇਹਨਾਂ ਨੇ ਸਵੇਰੇ 4 ਤਰੀਕ ਨੂੰ ਜਿਹੜਾ ਬੰਬ ਸੁੱਟਿਆ,
ਬਹੁਤ ਵੱਡਾ ਖੜਾਕ ਹੋਇਆ, ਇੱਕਦਮ ਤਬ ਕੇ ਸਾਰੇ ਉੱਠੇ। ਸਾਨੂੰ ਵੀ ਉਦੋਂ ਮਾੜੀ ਮੋਟੀ ਨੀਂਦਰਾ ਨੰਦਰਾ ਹੈਗਾ ਸੀਗਾ, ਇੱਕਦਮ ਸਾਰੇ ਉੱਠੇ। ਉਦੋਂ ਪਤਾ ਲੱਗਾ ਵੀ ਜਦੋਂ ਉੱਤੇ ਹੈਲੀਕਾਪਟਰ ਆ ਗਏ ਜਾਂ ਦੋ ਉਹ ਘੁੰਮ ਰਹੇ ਆ, ਅਤੇ ਬੰਬਾਰੀ ਫਿਰ ਇੱਕ ਜ਼ਬਰਦਸਤ ਬੰਬਾਰੀ ਉਹਨਾਂ ਨੇ ਕੀਤੀ ਇੱਕਦਮ। ਉਦੋਂ ਸਿੰਘਾਂ ਨੇ ਵੀ ਆਪਣੇ ਆਪਣੇ ਮੋਰਚੇ ਸਾਹਮਣੇ, ਸਿੰਘਾਂ ਨੇ ਲੜੇ ਜਿੰਨੇ ਕੁ ਜੋਗੇ ਹੈਗੇ ਸੀ ਉਸ ਵੇਲੇ। ਫਿਰ ਉਸ ਦਿਨ 8 ਵਜੇ ਤੱਕ ਇਹਨਾਂ ਨੇ ਸਵੇਰੇ ਪੂਰਾ ਇਹਨਾਂ ਨੇ ਬੰਬ ਬੁੰਬ ਚਲਾਏ, ਅਤੇ ਲੋਕ ਆਪੋ ਆਪਣੇ ਕਮਰਿਆਂ 'ਚ ਵੜੇ ਰਹੇ। ਕਿਸੇ ਨੂੰ ਕੋਈ ਉਹਦਾ ਨਹੀਂ ਸੀਗਾ, ਉਹ ਬੰਦੇ ਵੀ ਨਹੀਂ ਸੀ ਬਹੁਤੇ ਮਰੇ, ਇਹ ਅੱਗੇ ਵੀ ਨਹੀਂ ਵੱਧ ਸਕੇ ਜਦੋਂ ਸਿੰਘਾਂ ਨੇ ਗੋਲੀ ਚਲਾਈ ਆ। 5 ਦੀ ਰਾਤ ਨੂੰ, ਆਪਣੇ 4 ਦੀ ਰਾਤ ਨੂੰ ਇਹਨਾਂ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਆ। ਉਦੋਂ ਫਿਰ ਅੰਦਰੋਂ ਗੋਲੀ ਪੂਰੇ ਤਾਬੜਤੋੜ ਹਮਲਾ ਹੋਇਆ, ਜਿਹਦੇ ਵਿੱਚ ਇਹਨਾਂ ਦੀ ਆਰਮੀ ਦੀ ਬਹੁਤ ਸਾਰੇ ਬੰਦੇ ਮਾਰੇ ਗਏ। ਜਿਹੜੇ ਇਹਨਾਂ ਨੇ ਕਮਾਂਡੋ ਉਤਾਰੇ ਭੇਜੇ ਇੱਕਦਮ ਹਮਲਾ ਕਰਕੇ ਬਾਹਰੋਂ ਟੈਂਕਾਂ ਦੇ ਤੋਪਾਂ ਦੇ ਨਾਲ, ਉਹ ਆਰਮੀ ਦੇ ਬੰਦੇ ਜਿਹੜੇ ਮਰੇ, ਉਹ ਸਾਨੂੰ ਤਾਂ ਹੁਣ ਇਤਿਹਾਸ 'ਚੋਂ ਪਤਾ ਲੱਗਦਾ ਨਾ ਕਿਤਾਬਾਂ ਪੜ੍ਹ ਕੇ। ਜਿਵੇਂ ਜਨਰਲ ਦੀ ਕਿਤਾਬ ਸੀ, ਜਿਵੇਂ ਸਾਡੇ 'ਤੇ ਇਹਨਾਂ ਨੇ ਕੇਸ ਪਾਇਆ ਸੀ 92 ਬੰਦਿਆਂ ਦਾ, ਕਿ 92 ਫੌਜੀ ਸਾਡੇ ਉੱਥੇ ਮਾਰੇ ਗਏ ਪ੍ਰਕਰਮਾਂ ਦੇ ਵਿੱਚ। ਅਤੇ ਉਹ ਜਿਹੜਾ ਸੀ ਜੋਧਪੁਰ ਜਿੰਨੇ 365 ਬੰਦੇ ਫੜੇ ਗਏ, ਉਹ 92 ਬੰਦਿਆਂ ਦੀ ਸਾਡੇ 'ਤੇ ਕੇਸ ਸੀਗਾ ਵੀ ਸਾਡੇ ਬੰਦੇ ਇੰਨੇ ਮਰੇ ਆ। ਪਰ ਜਦੋਂ ਅਸੀਂ ਇਤਿਹਾਸ ਨੂੰ ਵਾਚਿਆ ਕੇ ਬੰਦਿਆਂ ਨੂੰ ਪੁੱਛਿਆ, ਹੁਣ ਜਨਰਲ ਦਿਆਲ ਨੇ ਲਿਖਤਾ ਮੁੜ ਕੇ ਵੀ ਸਾਡਾ 15,700 ਬੰਦਾ ਮਾਰਿਆ ਗਿਆ, ਉਹਨਾਂ ਦੀ ਕਿਤਾਬਾਂ ਛਪੀਆਂ। ਅਤੇ ਉਹ ਸਾਨੂੰ ਵੀ ਉਸ ਵੇਲੇ ਲੱਗਦਾ ਹੈ ਕਿ ਕਿਉਂਕਿ ਮੈਂ ਪ੍ਰਕਰਮਾਂ ਦੇ ਵਿੱਚ 28 ਘੰਟੇ ਅਸੀਂ ਅਲਫ ਨੰਗੇ ਵੱਜੇ ਰਹੇ ਹਾਂ। ਉਹ ਸਾਨੂੰ ਤਾਰਾਂ ਪਾ ਕੇ ਉਹਨਾਂ ਨੇ ਬੰਨ੍ਹ ਕੇ ਰੱਖਿਆ, ਟੈਲੀਫੋਨ ਦੀਆਂ ਤਾਰਾਂ ਨਾਲ ਬਾਹਾਂ ਪਿੱਛੇ ਬੰਨ੍ਹ ਛੱਡੀਆਂ। ਇਹ ਫੋਟੋ ਆਉਂਦੀਆਂ ਨੇ, ਇਹ ਆਹ ਫੋਟੋਆਂ ਜਿਹੜੀਆਂ ਬਿਲਕੁਲ ਆ ਤੁਹਾਨੂੰ ਮੈਂ ਜਿਹੜੀਆਂ ਦਿਖਾ ਰਿਹਾ, ਇਹ 2 ਫੋਟੋਆਂ ਮੈਨੂੰ ਬੜੀ ਮੁਸ਼ਕਿਲ ਨਾਲ ਲੱਭੀਆਂ ਸੀਗੀਆਂ, ਕਿਤੋਂ ਕਿਸੇ ਪੈਦਾ ਕੀਤੀਆਂ ਸੀ ਫੋਟੋਆਂ। ਅਤੇ ਇਹ ਜਿਹੜੀਆਂ ਫੋਟੋਆਂ ਸੀਗੀਆਂ, ਅਸੀਂ ਦੇਖਿਆ ਕਿ ਇਹ ਫੋਟੋਆਂ ਜਿਹੜੀਆਂ ਹੈ, ਇਹ ਮੇਰੇ ਬੱਜੇ ਦੀ ਵਿੱਚ ਮੇਰੀ ਫੋਟੋ ਹੈ। ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜੋ ਹਾਲਾਤ ਸਾਡੀ ਕੀਤੀ ਉਸ ਵੇਲੇ ਇਹਨਾਂ ਨੇ, ਇਹ ਇੰਨੀ ਕੁੱਟਮਾਰ, ਜੇ ਸਾਨੂੰ 2 ਵਾਰੀ ਮੈਨੂੰ ਮਾਰਨ ਦੀ ਇਹਨਾਂ ਨੇ ਕੋਸ਼ਿਸ਼ ਕੀਤੀ। ਇੱਕ ਵਾਰੀ ਤਾਂ ਕੁਦਰਤੀ ਉਹ ਜਨਰਲ ਦਿਆਲ ਜਦੋਂ ਆਪਰੇਸ਼ਨ ਕੰਪਲੀਟ ਹੋਇਆ ਇਹਨਾਂ ਦਾ, ਉਦੋਂ ਉਹ ਆ ਗਿਆ, ਉਦੋਂ ਅਸੀਂ ਬਚ ਗਏ। ਸਾਨੂੰ ਲਾਈਨ ਚਲਾ ਕੇ ਬਿਠਾਇਆ, LMG ਫਿੱਟ ਕਰਕੇ ਮਾਰਨ ਲੱਗੇ ਸੀ, ਤੋਂ ਹੂਟਰ ਵੱਜ ਗਏ ਉਹਨਾਂ ਦੇ, ਸਾਰੀ ਆਰਮੀ ਅਲਰਟ ਹੋ ਗਈ। ਤੋਂ ਅਲਰਟ ਹੋਣ ਕਰਕੇ ਸਾਡੀ ਉਹ ਜਾਨ ਬਚ ਕੇ ਸਾਨੂੰ ਅੰਦਰ ਪ੍ਰਕਰਮਾਂ 'ਚ ਲੈ ਗਏ, ਬਾਬੇ ਦੀਪ ਸਿੰਘ ਦੇ ਬੁੰਗੇ ਕੋਲੇ। ਉੱਥੇ ਕੁਝ 50-60 ਬੰਦੇ ਅੱਗੇ ਪਹਿਲੋਂ ਫੜ ਕੇ ਬਿਠਾਏ ਸੀਗੇ, ਸਾਨੂੰ ਉਹਨਾਂ ਲਾਈਨਾਂ ਦੇ ਵਿੱਚ ਅੱਗੇ ਕਰਕੇ ਲਾਤਾ। ਫਿਰ ਇਹਨਾਂ LMGਆਂ ਬੀੜਤੀਆਂ 2 ਟੈਂਕ ਲਾਤੇ, ਇੱਕ ਪਿੱਛੇ ਇੱਕ ਅੱਗੇ ਲਾਤਾ। ਅਤੇ ਉੱਥੇ ਸਾਨੂੰ 28 ਘੰਟੇ ਲਗਾਤਾਰ ਅਸੀਂ ਵੱਜੇ ਰਹੇ ਹਾਂ, ਅਲਫ ਨੰਗੇ ਰਹੇ ਹਾਂ। ਅਤੇ ਮੈਂ ਇਹ ਦੱਸਣਾ ਚਾਹੁੰਦਾ ਕਿ ਅਸੀਂ ਸਾਡੀ ਜੋ ਇਹਨਾਂ ਨੇ ਫੜੇ, ਜੋ ਕੈਦੀ ਨਾਲ ਵਰਤਾਓ ਕੀਤਾ ਜਾਂਦਾ, ਉਹ ਕੋਈ ਨਹੀਂ ਕੀਤਾ। ਕਿਉਂਕਿ ਫੜੇ ਜਾਣ ਤੋਂ ਬਾਅਦ ਹਿੰਦੁਸਤਾਨ ਦਾ ਇਹ ਰੂਲ ਹੈ ਕਿ ਅਸੀਂ ਉਹਨੂੰ ਕੈਦੀ ਨੂੰ ਮਾਰ ਨਹੀਂ ਸਕਦੇ, ਕੁੱਟ ਨਹੀਂ ਸਕਦੇ। ਪੋਲੀਟੀਕਲ ਪ੍ਰਿਜ਼ਨਰ, ਸਿਆਸੀ ਕੈਦ। ਸਾਡੇ ਉੱਤੇ ਭਾਵੇਂ ਵੇਜ਼ਿੰਗ ਆਫ ਵਾਰ ਦਾ ਕੇਸ ਪਾਇਆ ਸੀਗਾ, ਪਰ ਉਹ ਵੇਜ਼ਿੰਗ ਆਫ ਵਾਰ ਹਿੰਦੁਸਤਾਨ 'ਚ ਮੇਰਾ ਖਿਆਲ ਉਹ ਪਹਿਲੀ ਵਾਰੀ ਸਾਡੇ ਤੋਂ ਕੇਸ ਪਿਆ ਹੈ। ਨਾ ਤਾਂ 71 'ਚ ਵੇਜ਼ਿੰਗ ਆਫ ਵਾਰ ਬਣੀ, ਨਾ ਇਹਨਾਂ ਦੀ 62 ਵਾਲੀ ਬਣੀ, ਨਾ ਇਹਨਾਂ ਦੀ 65 ਵਾਲੀ ਬਣੀ। ਦਰਬਾਰ ਸਾਹਿਬ 'ਤੇ ਸਿੱਖਾਂ 'ਤੇ ਅਟੈਕ ਕਰਕੇ, ਇੱਕ ਛੋਟੀ ਜਿਹੀ ਕਮਿਊਨਿਟੀ 'ਤੇ ਅਟੈਕ ਕਰਕੇ, ਤੇ ਉਹਨੂੰ ਵੇਜ਼ਿੰਗ ਆਫ ਵਾਰ ਦਾ ਨਾਂ ਦੇ ਦਿੱਤਾ ਗਿਆ। ਉਹ ਵੇਜ਼ਿੰਗ ਆਫ ਵਾਰ ਦਾ ਕੇਸ ਪਾ ਕੇ ਸਾਨੂੰ 92 ਬੰਦਿਆਂ ਦੀ ਫੌਜੀਆਂ ਦੀ ਮੌਤ ਦਾ ਜਿਹੜਾ ਸੀਗਾ, ਉਹ 'ਤੇ ਸਾਡੇ ਕੇਸ ਪਾਤਾ 121A 122A ਲਾ ਕੇ। ਜਿਹੜਾ 121A ਆ, ਉਹ ਸਿਰਫ ਅਤੇ ਸਿਰਫ ਉਹਦੀ ਸਜ਼ਾ ਸੀਗੀ ਫਾਂਸੀ। ਜਾਂ ਤੁਸੀਂ ਬਰੀ ਹੋ ਸਕਦੇ ਹੋ ਜਾਂ ਫਾਂਸੀ ਲੈ ਸਕਦੇ ਹੋ, ਉਹਦੀ ਸਜ਼ਾ ਵਿਚਲੀ ਸਜ਼ਾ ਕੋਈ ਨਹੀਂ ਸੀ। ਤਾਂ ਇਹ ਦੇਸ਼ ਧਰੋਹ ਦਾ ਕੇਸ ਸੀਗਾ, ਵੇਜ਼ਿੰਗ ਆਫ ਵਾਰ ਦਾ ਕੇਸ ਸੀਗਾ। ਉਹ ਸਾਨੂੰ ਇੰਝ ਲੱਗਦਾ ਸੀ ਕਿ ਵੀ ਇਹ ਸਾਨੂੰ ਛੱਡਣਾ ਨਹੀਂ ਚਾਹੁੰਦੇ, ਪਰ ਉਹ ਗੁਰੂ ਨੇ ਸਾਡੇ 'ਤੇ ਬਖਸ਼ਿਸ਼ ਕੀਤੀ। ਅਸੀਂ ਆਪਣੇ ਗੁਰੂ ਦੇ ਘਰ ਵਾਸਤੇ ਲੜੇ ਸੀ, ਅਤੇ ਅਕਾਲ ਤਖਤ ਦੀ ਅਜ਼ਮਤ ਵਾਸਤੇ ਲੜੇ ਸੀ। ਇਸ ਕਰਕੇ ਸਮਾਂ ਪਾ ਕੇ ਸਮੇਂ ਨੇ ਆਪਣੀ ਕਰਵਟ ਲਈ ਸਾਨੂੰ ਇਹਨਾਂ ਨੂੰ ਛੱਡਣਾ ਪੈ ਗਿਆ, ਬਿਨਾਂ ਕੇਸ ਚਲਾਈ ਛੱਡਣਾ ਪੈ ਗਿਆ। ਅਤੇ ਅਸੀਂ ਆਪਣੇ ਆ ਕੇ ਬਾਹਰ ਆਪਣੀ ਜ਼ਿੰਦਗੀ ਜਿਹੜੀ ਹੈ ਬਸਰ ਕੀਤੀ। ਅਤੇ ਲਾਸਟ ਮੁਲਾਕਾਤ ਤੁਹਾਡੀ ਕਦੋਂ ਹੋਈ ਸੰਤਾਂ ਨਾਲ ਜਾਂ ਜਨਰਲ ਸਬੇਗ ਸਿੰਘ ਨਾਲ, ਅਮਰੀਕ ਸਿੰਘ ਨਾਲ? ਦੇਖੋ, ਜਿਹੜੀ ਲਾਸਟ ਮੁਲਾਕਾਤ ਆ ਉਹ ਤਾਂ ਸਾਡੀ 3 ਤਰੀਕ ਰਾਤ ਦੀ ਹੋਈ। ਪਰ ਇੱਕ ਸਾਨੂੰ ਜਿਹੜਾ ਵਧੀਆ ਗੱਲ ਬਣ ਗਈ ਵੀ ਉਦੋਂ ਸਾਡੇ ਦਿਮਾਗ ਨੇ ਕੰਮ ਕੀਤਾ। ਅਸੀਂ ਇੱਕ ਇੰਟਰਕਾਮ ਤਾਰ, ਜਿਹੜੀ ਉਹ ਇੰਟਰਕਾਮ ਹੀ ਚੱਲਦੇ ਸੀਗੇ, ਉਹ ਅਕਾਲ ਤਖਤ ਨਾਲ ਜੁੜੇ ਹੋਏ ਸੀਗੇ, ਅਤੇ ਅਸੀਂ ਰਾਤ ਹੀ ਉਹ ਤਾਰ ਮੈਂ ਸ਼੍ਰੋਮਣੀ ਕਮੇਟੀ ਦੇ ਕੁਝ ਅਧਿਕਾਰੀਆਂ ਨੂੰ ਕਹਿ ਕੇ ਉਸ ਵੇਲੇ ਪਵਾਈ। ਉਹਨਾਂ ਨੇ ਪਾਤੀ ਸਾਨੂੰ ਉਹ ਹੋਟਲ ਤੱਕ। ਬਾਕੀ ਤਾਂ ਸਾਰੇ ਟੈਲੀਫੋਨ ਬੰਦ ਹੋ ਗਏ, ਪਰ ਉਹ ਟੈਲੀਫੋਨ ਸਾਡਾ 5 ਤਰੀਕ ਸਵੇਰ ਤੱਕ ਚੱਲਦਾ ਰਿਹਾ। 5 ਤਰੀਕ ਸਵੇਰ ਤੋਂ ਬਾਅਦ ਹੀ ਉਹ ਆ ਕੇ ਜਦੋਂ ਕਿਤੇ ਕੋਲੇ ਕੋਲੇ ਵੱਜ ਗਏ, ਤਾਰਾਂ ਟੁੱਟ ਗਈਆਂ ਕਿਤੇ ਰਾਹ 'ਚੋਂ, ਉਦੋਂ ਉਹ ਟੁੱਟਿਆ ਨਹੀਂ। ਤਾਂ 5 ਤਰੀਕ ਤੱਕ ਮੇਰਾ ਉਹਨਾਂ ਨਾਲ ਸੰਪਰਕ ਕਰਿਆ ਪੂਰਾ। ਕਿੰਨਾਂ ਨਾਲ ਗੱਲ ਹੁੰਦੀ ਰਹੀ? ਸੰਤ ਜਰਨੈਲ ਨਾਲ ਵੀ ਹੁੰਦੀ ਰਹੀ। ਕੀ ਗੱਲ ਹੁੰਦੀ ਰਹੀ ਜਿਹੜੀ ਤੁਹਾਡੀ? ਉਹ ਤੋਂ ਇਹੋ ਹੀ ਕਹਿੰਦੇ ਰਹੇ ਵੀ ਤੁਸੀਂ ਆਪਣੇ ਡਟੇ ਰਹੋ, ਅਸੀਂ ਹਾਰਦੇ ਨਹੀਂ, ਅਸੀਂ ਜਿੱਤ ਕੇ ਜਾਵਾਂਗੇ, ਹਾਰਦੇ ਨਹੀਂ ਇੱਥੋਂ। ਕਿਉਂਕਿ ਆਰਮੀ ਆਪਾਂ 'ਤੇ ਅਕਾਲ ਤਖਤ ਉਹਨਾਂ ਚਿਰ ਮੈਂ ਨਹੀਂ ਛੱਡੂੰਗਾ ਜਿੰਨਾ ਚਿਰ ਮੇਰੇ ਅੰਦਰ ਵਿਸ਼ਵਾਸ ਨਹੀਂ। ਉਹ ਸੰਤਾਂ ਨੇ ਵੀ ਕਿਹਾ, ਜਨਰਲ ਸਬੇਗ ਸਿੰਘ ਨੇ ਵੀ ਕਿਹਾ, ਭਾਈ ਅਮਰੀਕ ਸਿੰਘ ਵੀ ਕਹਿੰਦੇ ਰਹੇ। ਭਾਈ ਅਮਰੀਕ ਸਿੰਘ ਦਾ ਵਾਰ-ਵਾਰ ਮੈਨੂੰ ਫੋਨ ਆਉਂਦਾ ਸੀ ਕਿ ਤੁਸੀਂ ਡਟੇ ਰਹੋ, ਹੁਣ ਬਸ ਰਹਿਣਾ ਡਟ ਕੇ। ਤਾਂ ਅਸੀਂ ਡਟੇ ਰਹੇ ਜਿੰਨੇ ਜੋ ਕਿ ਸਾਡੇ ਕੋਲ ਜੋ ਸਾਧਨ ਸੀਗੇ, ਜੋ ਸਾਡੇ ਕੋਲ ਅਸਲਾ ਸੀਗਾ, ਜੋ ਸਾਡੇ ਕੋਲ ਸਾਧਨ ਸੀ, ਕਿ ਅਸੀਂ ਉਹ ਆਪਣਾ ਜਿੰਨਾ ਕੰਮ ਉੱਥੇ ਅਸੀਂ ਕਰ ਸਕਦੇ ਸੀ ਉਹ ਕੀਤਾ। ਜਿੰਨੇ ਕਿ ਸਾਡੇ ਕੋਲ ਮੋਰਚੇ ਬਣ ਸਕੇ ਸੀ ਉਹ ਬਣਾ ਕੇ ਉਸ ਤਰੀਕੇ ਨਾਲ ਆਪਾਂ ਤੁਰੇ ਉੱਥੋਂ।
ਕਾਲ ਮਤਲਬ ਤੁਸੀਂ ਕਰਦੇ ਸੀ ਜਦੋਂ ਕੋਈ ਬੰਬ ਸਿੱਟਦਾ ਸੀ ਜਾਂ ਕਿ ਕਿਵੇਂ ਗੱਲ ਹੁੰਦੀ ਨਹੀਂ, ਸੀ? ਕਦੀ ਕਦੀ ਉਹ ਆਪ ਵੀ ਕਰਦੇ ਸੀ, ਕਦੀ ਅਸੀਂ ਕਰਦੇ ਸੀ ਵੀ ਸਾਡੇ ਕੋਲ ਆਹ ਮੁੱਕ ਗਿਆ, ਸਾਡੇ ਕੋਲ ਪਾਣੀ ਨਹੀਂ ਹੈ, ਸਾਡੇ ਕੋਲ ਰਾਸ਼ਨ ਨਹੀਂ ਹੈ, ਸਾਡੇ ਕੋਲ ਗੋਲੀਆਂ ਘੱਟ ਨੇ। ਉਹ ਸਾਨੂੰ ਭੇਜ ਦਿੰਦੇ ਸੀ ਉਹ? ਹਾਂ, ਮਤਲਬ ਬੰਦੇ 4 ਸ਼ਾਮ ਤੱਕ ਤੇ ਆਉਂਦੇ ਰਹੇ ਨੇ, ਇੱਕ ਦੂਜੇ ਸਾਡੇ ਕੋਲ ਬੰਦਾ ਵੀ ਜਾਇਆ ਸੀ, ਜਾਂਦਾ ਸੀ ਆਉਂਦਾ ਸੀ। ਪਰ ਉਹ ਜਦੋਂ ਫਿਰ ਜ਼ਿਆਦਾ ਅੰਦਰ ਗੋਲੀ ਚੱਲਣ ਲੱਗੀ, ਫਿਰ ਉਹ ਜਾਣਾ ਆਉਣਾ ਸੰਪਰਕ ਟੁੱਟ ਗਿਆ ਸੀ, ਪਰ ਟੈਲੀਫੋਨ ਚੱਲਦਾ ਸੀ। ਕੋਈ ਟ੍ਰੇਨਿੰਗ ਮਤਲਬ ਜਨਰਲ ਸਵੇਕ ਸਿੰਘ ਨੇ ਕੋਈ ਟ੍ਰੇਨਿੰਗ ਦਿੱਤੀ ਨਹੀਂ, ਸੀ ਕੋਈ- ਤੁਹਾਨੂੰ ਜਾਂ ਕੋਈ- ਕੋਈ ਅਸਲਾ ਇਹ ਕਿੱਥੋਂ ਅਸਲਾ ਆਉਂਦਾ ਸੀ, ਕਿਵੇਂ ਆਇਆ ਤੁਹਾਡੇ ਕੋਲ? ਇਹ ਤਾਂ ਸੰਤ ਜਰਨੈਲ ਸਿੰਘ ਦੱਸ ਸਕਦੇ ਵੀ ਕਿੱਥੋਂ ਆਇਆ ਸਾਡੇ ਕੋਲੇ। ਸਾਨੂੰ ਤਾਂ ਉਸ ਦਿਨ 3 ਤਰੀਕ ਸ਼ਾਮ ਨੂੰ ਮਿਲਿਆ। ਸਾਨੂੰ ਉਹ 'ਚ LMG ਵੀ ਮਿਲੀ, ਸਾਨੂੰ ਉਹ 'ਚ ਗੰਨਾਂ ਵੀ ਮਿਲੀਆਂ, ਵਧੀਆ ਅਸਲਾ ਵੀ ਮਿਲਿਆ, ਅਸੀਂ ਬੋਰੀਆਂ ਭਰ ਕੇ ਲੈ ਗਏ, ਛੋਲੇ ਵੀ ਮਿਲੇ, ਗੁੜ ਵੀ ਮਿਲਿਆ ਲਿਜਾਣ ਵਾਸਤੇ। ਅਸੀਂ ਉਹ ਜਾ ਕੇ 3 ਦਿਨ ਜਿਹੜਾ ਆਪਣਾ ਉਹ ਗੁਜ਼ਾਰਾ ਉਹਦੇ ਨਾਲ ਹੀ ਕੀਤਾ। ਉਹਦਾ ਵਧੀਆ ਗਿਆ ਸਾਨੂੰ। ਨਵੇਂ ਹਥਿਆਰ ਸੀਗੇ? ਹਾਂ, ਨਵੇਂ ਹਥਿਆਰ ਸੀਗੇ, ਬਿਲਕੁਲ ਹਥਿਆਰ ਨਵੇਂ ਸੀਗੇ, ਹੂੰ। ਵਧੀਆ ਸੀਗੇ। ਤੇ ਤੁਹਾਡੀ ਫਿਰ ਚਲਾਉਣ ਦੀ ਟ੍ਰੇਨਿੰਗ ਉਹ LMG ਸਾਡੇ ਨਾਲ ਮੈਨੂੰ ਇੱਕ ਫੌਜੀ ਉਹਨਾਂ ਦਿੱਤਾ ਸੀਗਾ, ਉਹਨਾਂ ਸਾਨੂੰ ਸਾਰੀ ਫੌਜੀ ਦੀ ਟ੍ਰੇਨਿੰਗ ਸੀਗੀ, ਫੌਜੀ ਕਰਦਾ ਸੀ ਆ। ਤੁਸੀਂ ਉਦੋਂ ਚਲਾਈਆਂ ਫਿਰ ਗੋਲੀਆਂ? ਹਾਂ, ਬਿਲਕੁਲ ਜੀ, ਬਿਲਕੁਲ ਗੋਲੀਆਂ ਚਲਾਉਣ ਵਾਸਤੇ। ਵੇਖੋ, ਅਸੀਂ ਗਏ ਹੀ ਉਸ ਕੰਮ ਸੀਗੇ ਜਦੋਂ ਅਸੀਂ ਗੋਲੀ ਚਲਾਉਣਾ ਨਹੀਂ ਸੀ ਚਾਹੁੰਦੇ, ਪਰ ਸਾਡਾ ਇੱਕ ਅਕੀਦਾ ਸੀਗਾ ਕਿ ਜੇ ਸਾਡੇ ਵਾਸਤੇ ਸਭ ਤੋਂ ਵੱਡਾ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਸਿੱਖ ਵਾਸਤੇ ਸਭ ਤੋਂ ਵੱਡੀ ਗੱਲ ਹੀ ਉਹ ਹੈ ਕਿ ਜਦੋਂ ਕੋਈ ਘਰ 'ਤੇ ਤੁਹਾਡੇ 'ਤੇ ਹਮਲਾ ਕਰਨ ਆ ਗਿਆ, ਫਿਰ ਤੁਸੀਂ ਐਵੇਂ ਹੱਥ ਧਰ ਕੇ ਬੈਠੇ ਰਹੋ। ਜੋ ਤੁਹਾਡੇ ਕੋਲ ਸਾਧਨ ਨੇ, ਜੋ ਤੁਹਾਡੇ ਕੋਲ ਸੀ, ਅਸੀਂ ਉਹ ਆਪਣਾ ਕੰਮ ਕੀਤਾ। ਅਸੀਂ ਕੋਈ ਇਹ ਨਹੀਂ ਕਹਿੰਦੇ ਵੀ ਅਸੀਂ ਕੀਤਾ ਨਹੀਂ, ਜੋ ਕੁਝ ਅਸੀਂ ਕਰ ਸਕਦੇ ਸੀ ਅਸੀਂ ਉਹ ਵੇਲੇ ਕੀਤਾ। ਉਹਨਾਂ ਨੇ ਸਾਡੇ ਬਹੁਤ ਬੰਦੇ ਮਾਰੇ, ਅਸੀਂ ਵੀ ਜੋ ਸਾਡੇ ਯੋਧੇ ਸੀਗੇ ਲੜਦੇ, ਭਾਵੇਂ ਬਹੁਤ ਘੱਟ ਗਿਣਤੀ ਸੀਗੇ, ਪਰ ਉਹ ਚਮਕੌਰ ਦੀ ਜੰਗ ਵੀ ਸਾਰਿਆਂ ਦੇ ਸਾਹਮਣੇ ਸੀਗੀ, ਇਤਿਹਾਸ ਵੀ ਸਾਰਿਆਂ ਦੇ ਸਾਹਮਣੇ ਸੀਗਾ। ਉਹ 'ਚ ਚਮਕੌਰ ਦੀ ਜੰਗ 'ਚ ਦਸਵੇਂ ਪਾਤਸ਼ਾਹ ਨੇ ਲੜਾਏ 40 ਸਿੰਘ, ਤਾਂ ਉਹਦੇ ਪਿੱਛੇ ਕੋਈ ਸ਼ਕਤੀ ਸੀਗੀ, ਤਾਂ ਉਹ ਸ਼ਕਤੀ ਜਿਹੜੀ ਇੱਥੇ ਗੁਰੂ ਹਰਗੋਬਿੰਦ ਪਾਤਸ਼ਾਹ ਦੀ ਸ਼ਕਤੀ ਕੰਮ ਕਰ ਰਹੀ ਸੀ। ਵੈਸੇ ਤਾਂ ਮੁਕਾਬਲਾ ਵੇਖੋ, ਅਸੀਂ ਇਹ ਕਹਿ ਦਈਏ ਵੀ ਹਿੰਦੁਸਤਾਨ ਦੀ ਸਰਕਾਰ ਨਾਲ ਮੁਕਾਬਲਾ ਥੋੜ੍ਹਾ ਸੀ ਕੋਈ, ਜਿਹਦੇ ਮਗਰ ਯਾਦਵਿੰਦਰ ਜੀ ਸਾਰਾ ਹੀ ਮੁਲਕ ਅਸਲਾ ਲੈ ਕੇ ਆ ਰਿਹਾ ਹੈ, ਸਾਰੀ ਆਰਮੀ ਆ ਰਹੀ ਹੈ, ਇੰਨੀ ਵੱਡੀ ਪੱਧਰ 'ਤੇ ਲੱਖਾਂ ਦੇ ਹਿਸਾਬ ਨਾਲ ਆਰਮੀ ਦੀ ਗਿਣਤੀ ਹੈ, ਅਤੇ ਉਹ ਆ ਰਹੇ ਆ, ਅਤੇ ਅਸੀਂ ਉੱਥੇ ਥੋੜ੍ਹੇ ਜਿਹੇ ਕੰਪਲੈਕਸ ਵਿੱਚ 7-8 ਕਿੱਲੇ ਦੇ ਕੰਪਲੈਕਸ ਵਿੱਚ ਘਿਰੇ ਹੋਏ ਹਾਂ, ਅਤੇ ਜੋ ਸਾਡੇ ਕੋਲ ਅਸਲਾ ਉਹਨੇ ਓਨਾ ਹੀ ਕੰਮ ਕਰਨਾ ਜਿੰਨਾ ਸਾਡੇ ਕੋਲ। ਇੱਕ ਸਿੱਖ ਦਾ ਦਾਈ ਆ ਅਤੇ ਸਵਾਸ ਨਾਲ ਹੀ ਹੈ ਨਾ, ਜਿੰਦ ਨਾਲ ਆ। ਪਰ ਜਦੋਂ ਸਾਡਾ ਕਮਾਂਡਰ ਜਾਨ ਦੇ ਗਿਆ, ਭਾਈ ਅਮਰੀਕ ਸਿੰਘ ਜਾਨ ਦੇ ਗਏ, ਜਨਰਲ ਸਵੇਕ ਸਿੰਘ ਜਾਨ ਦੇ ਗਿਆ, ਅਤੇ ਫਿਰ ਜਿਹੜੇ ਬਚੇ। ਤੁਹਾਨੂੰ ਇਹ ਖਬਰ ਕਿੱਥੋਂ ਮਿਲੀ? ਮੈਂ ਆਪ ਵੇਖਿਆ ਜੀ, ਜਦੋਂ ਉਦੋਂ ਅਸੀਂ ਪੜ੍ਹੇ ਜਾ ਚੁੱਕੇ ਸੀ, ਜਦੋਂ ਉਹ ਲਾਸਟ ਇਹਨਾਂ ਅਟੈਕ ਕੀਤਾ ਨਾ, ਉਦੋਂ ਤਾਂ ਬਿਲਕੁਲ ਬੰਬਾਰੀ ਬਹੁਤ ਜ਼ਬਰਦਸਤ ਕੀਤੀ ਇਹਨਾਂ ਨੇ। ਉਹ ਫਿਰ ਸੰਤ ਉਤਰਦੇ ਅਸੀਂ ਦੇਖਿਆ, ਅਸੀਂ ਉੱਥੇ ਪੁੰਗੇ ਕੋਲੇ ਬੈਠੇ ਸੀਗੇ, ਬਾਬੇ ਦੀਪ ਸਿੰਘ ਦੇ ਪੁੰਗੇ ਕੋਲੇ ਬੈਠੇ ਸੀਗੇ। ਫਿਰ ਇਹਨਾਂ ਨੇ ਮੈਨੂੰ ਉਠਾਇਆ ਵੀ ਵਿੱਚੋਂ ਵੀ ਤੂੰ ਜਾ ਕੇ ਪਛਾਣ ਕਰ। ਉਹ ਤਾਂ ਕੁਦਰਤ ਕਈ ਵਾਰੀ ਬਹੁਤ ਬੇਅੰਤ ਹੈ। ਇੱਕ ਸਿੰਘ ਸੀਗਾ ਬਾਬੇ ਖੜਕ ਸਿੰਘ ਹੋਣਾ ਦੇ ਕੋਲੇ ਹੁੰਦਾ ਸੇਵਾਦਾਰ, ਉਹਦੋਂ ਅਸੀਂ ਕਦੀ ਪ੍ਰਸ਼ਾਦਾ ਛਕਣ ਚੱਲ ਜਾਂਦੇ ਹਾਂ ਵੀ ਉੱਥੇ ਲੰਗਰ 'ਚ ਰੋਜ਼ ਦਾਲ ਨਹੀਂ ਸੀ ਖਾਧੀ ਜਾਂਦੀ, ਅਤੇ ਉਹ ਜਾਣਦਾ ਸੀ ਮੈਨੂੰ। ਉਹਨਾਂ ਨੇ ਮੈਨੂੰ ਉਠਾ ਲਿਆ, ਮੇਰੀ ਸ਼ਨਾਖਤ ਹੋ ਗਈ ਉੱਥੇ, ਮੈਨੂੰ ਇੱਥੋਂ SSP ਨੇ ਪਛਾਣ ਲਿਆ। ਉਹਨਾਂ ਨੇ ਕੁੱਟਿਆ ਕੱਟਿਆ ਤਾਂ ਮੈਨੂੰ ਕਹਿੰਦੇ ਵੀ ਚਲੋ ਉੱਠ ਕੇ ਸ਼ਨਾਖਤ ਕਰੋ ਜਾ ਕੇ, ਮਾਰਤਾ ਤੁਹਾਡਾ ਬਾਬਾ। ਉਹ ਮੈਂ ਉੱਠ ਪਿਆ, ਉੱਠਣਾ ਹੀ ਸੀਗਾ। ਉਹ ਕਹਿੰਦਾ ਨਹੀਂ, ਇਹਨੂੰ ਨਹੀਂ ਪਤਾ, ਮੈਨੂੰ ਪਤਾ, ਮੈਨੂੰ ਲੈ ਕੇ ਜਾਓ। ਅਸੀਂ ਸਾਹਮਣੇ ਦੇਖ ਰਹੇ ਹਾਂ, ਜਦੋਂ ਉਹਨੇ ਜਾ ਕੇ ਉਂਗਲ ਕੀਤੀ ਨਾ, ਉਹਦੇ ਪੁਰਪੁਰੀ 'ਚ ਗੋਲੀ ਮਾਰੀ, ਕਰਾ ਕੇ ਬੜਾ ਹੀ ਮਾਰਤਾ ਉੱਥੇ। ਟੈਂਕ ਉੱਥੇ ਹੈਗਾ ਸੀਗਾ, ਇੱਕ ਬਖਤਰਬੰਦ ਗੱਡੀ ਸੀਗੀ, ਇੱਕ ਟੈਂਕ ਸੀਗਾ ਖੜਾ ਉੱਥੇ। ਜਾਨੀ ਕਿ ਤੁਸੀਂ ਹੁੰਦੇ ਤੁਹਾਡੇ ਕੋਲ ਹੀ ਮਾਰਨਾ? ਤਾਂ ਮੈਨੂੰ ਲੈ ਕੇ ਜਾਂਦੇ, ਮੈਨੂੰ ਵੀ ਮਾਰਨਾ ਸੀ। ਬਚ ਗਏ। ਮੈਂ 2 ਵਾਰੀ ਮਤਲਬ ਤੁਹਾਨੂੰ ਦੱਸਿਆ ਵੀ ਇੱਕ ਵਾਰੀ ਮੰਜੀ ਸਾਹਿਬ ਲਾਗੇ ਲਿਜਾ ਕੇ ਸਾਡੀ ਲਾਈਨ ਲਾਈ 8-9 ਮੁੰਡਿਆਂ ਦੀ, ਜਿਹੜੇ ਅਸੀਂ ਭੱਜੇ ਅੰਦਰ ਨੂੰ, ਉਹ ਫੜੇ ਗਏ। ਉਹਨਾਂ ਨੇ ਉੱਥੇ ਲਾਈਨ ਲਵਾਈ, ਉੱਥੋਂ ਬਚ ਗਏ। ਉਹ ਮਗਰੋਂ ਕੋਈ ਜੀਪ ਆ ਗਈ ਚਿੱਟੀ, ਉਹਨੇ ਹਾਊਟਰ ਮਾਰਿਆ ਅਤੇ ਸਾਰੇ ਅਲਰਟ ਹੋ ਗਏ, ਅਤੇ ਸਾਨੂੰ ਉਹਨਾਂ ਠਾ ਕੇ ਮੈਨੂੰ ਨਾਲ ਲੱਗੋਂ ਲੰਘਿਆ। ਮੈਨੂੰ ਨਹੀਂ ਪਤਾ ਵੀ ਉਹ ਜਨਰਲ ਦਿਆਲ ਹੈ ਜਾਂ ਕੌਣ ਸੀ, ਵੱਡਾ ਅਫਸਰ ਸੀ ਕੋਈ। ਅਤੇ ਉਹ ਤਾਂ ਬਾਅਦ 'ਚ ਪਤਾ ਲੱਗਾ ਵੀ ਉਹ ਜਨਰਲ ਦਿਆਲ ਆਇਆ ਸੀ। ਉਸ ਵੇਲੇ ਆਪਰੇਸ਼ਨ ਕੰਪਲੀਟ ਹੋ ਗਿਆ ਸੀ। ਸਾਨੂੰ ਉਹ ਅੰਦਰ ਲਿਜਾ ਰਹੇ ਸੀ, ਉੱਥੇ ਉਹਨੇ ਠਾ ਲਿਆ। ਅੰਦਰ ਜਾ ਕੇ ਫਿਰ ਉਹ ਟੈਂਕ ਉਹਨਾਂ ਦੇ ਸਾਹਮਣੇ ਬਹਾਤਾ ਅਤੇ ਫਿਰ ਸ਼ਨਾਖਤ ਹੋ ਗਈ। ਫਿਰ ਉੱਥੇ ਮੈਨੂੰ ਬਹੁਤ ਜ਼ਿਆਦਾ ਉਹਨਾਂ ਨੇ ਪਰਿਕਰਮਾ 'ਚ ਬਹੁਤ ਕੁੱਟਿਆ ਸਾਰਿਆਂ ਦੇ ਸਾਹਮਣੇ, ਵੀ ਇਹਦੀ ਸ਼ਨਾਖਤ ਹੋ ਗਈ ਸੀ ਵੀ ਇਹ ਜਸਬੀਰ ਸਿੰਘ ਘੁੰਮਣ, ਇਹ ਹੀ ਚਲਾਉਂਦੇ ਨੇ। ਕੀ ਟੌਰਚਰ ਕਰਦੇ ਰਹੇ ਵੈਸੇ ਬਾਅਦ 'ਚੋਂ ਜੇਲ੍ਹ 'ਚ ਵੀ ਹੋਰ ਥਾਵਾਂ? ਕੁਝ 9 ਏਜੰਸੀਆਂ ਸੀ ਹਿੰਦੁਸਤਾਨ ਦੀਆਂ ਟੌਰਚਰ ਕਰਨ ਵਾਲੀਆਂ। ਉਹ ਥਰਡ ਤੋਂ ਮੈਂ ਕਹਿ ਸਕਦਾ ਵੀ ਜੋ ਵੀ ਉਹ ਕਰ ਸਕਦੇ ਸੀ ਉਹਨਾਂ ਨੇ ਕੀਤਾ ਟੌਰਚਰ। ਅਤੇ ਉਹਨਾਂ ਨੇ, ਮੈਂ ਤੁਹਾਨੂੰ ਦੱਸਦਾ ਵੀ ਮੇਰੇ ਫਾਦਰ MLA ਵੀ ਰਹੇ ਆ, ਅਤੇ ਪੋਲੀਟੀਕਲ ਉਹਨਾਂ ਦੀ ਅਪਰੋਚ ਵੀ ਸੀਗੀ। ਜਦੋਂ ਸਾਨੂੰ 59 ਦਿਨ ਮੈਂ ਇੱਥੇ ਨੰਗਾ ਰਿਹਾ ਆਰਮੀ ਕੈਂਪ ਦੇ ਵਿੱਚ। ਇੱਥੇ ਸਾਡੀ ਉਹ ਇਹਨਾਂ ਨੇ ਦੁਰਗਤ ਕੀਤੀ ਵੀ ਜੇ ਰੋਟੀ ਦਿੰਦੇ ਸੀ ਅਤੇ ਕੁੱਤੇ ਪਵਾ ਦਿੰਦੇ ਸੀ। ਇਸ ਤੋਂ ਪਹਿਲੀ ਗੱਲ ਹੈ ਕਿ ਜਦੋਂ ਸਾਨੂੰ ਲੈ ਕੇ ਗਏ ਸੀ, 78 ਬੰਦੇ ਸੀਗੇ ਉਸ ਕੈਂਪ 'ਚ ਜਿੱਥੇ ਸਾਨੂੰ ਲੈ ਗਏ। ਉਹ ਕਮਰੇ ਸੀਗੇ ਬਿਲਕੁਲ ਬੰਦ, ਜਿਹਦੇ 'ਚ ਅਸਲਾ ਰੱਖਦੀ ਆ ਆਰਮੀ। ਉਹ ਤਾਜ਼ਾ ਕਿਤੇ ਅਸਲਾ ਕੱਢਿਆ ਸੀ, ਉਹ 'ਚ ਬਦਬੂ ਬਹੁਤ ਸੀਗੀ। ਉਹਦੇ ਰੋਸ਼ਨਦਾਨ ਕੋਈ ਨਹੀਂ ਹੁੰਦਾ, ਲੋਹੇ ਦਾ ਇੱਕ ਗੇਟ ਹੁੰਦਾ ਉਹਨੂੰ, ਇੱਕ ਛੋਟਾ ਉੱਤੇ ਸ਼ੀਸ਼ੇ ਦਾ ਰੋਸ਼ਨਦਾਨ ਸੀਗਾ। ਅਤੇ ਅਸੀਂ ਅੰਦਰ ਸੀ, ਉੱਤੇ ਆਏ ਸੀਗੇ 2-3 ਦਿਨ ਤੋਂ, ਅਤੇ ਅਸੀਂ ਪਾਣੀ ਮੰਗਿਆ। ਇਹਨਾਂ ਨੇ ਉੱਪਰ ਲਾ ਕੇ LMG ਫਿੱਟ ਕਰਕੇ ਉਹ ਛੋਟੇ ਰੋਸ਼ਨਦਾਨ ਨੂੰ ਤੋੜ ਕੇ
ਤੇ ਸਾਡੇ 35-40 ਬੰਦੇ ਉੱਥੇ ਮਾਰਤੇ। ਅਸੀਂ ਉਹ ਰਾਤ ਸਾਰੀ ਜਿਹੜਾ ਲਹੂ ਚੱਟ ਕੇ ਗੁਜ਼ਾਰਾ ਕੀਤਾ। ਸਾਨੂੰ ਰਾਤ 11 ਵਜੇ ਇਹਨਾਂ ਨੇ ਸਾਡੇ 'ਤੇ ਗੋਲੀ ਚਲਾਈ। ਰਾਤ ਇੱਥੋਂ 7 ਵਜੇ ਸਾਨੂੰ 7 ਤਰੀਕ ਨੂੰ ਰਾਤ ਲੈ ਕੇ ਆਏ। ਅਤੇ ਇੱਥੇ ਜਾ ਕੇ ਅਸੀਂ ਜਦੋਂ ਪਾਣੀ ਮੰਗਿਆ ਤਾਂ ਉਹਨਾਂ ਨੇ ਗੋਲੀਆਂ ਚਲਾਤੀਆਂ ਉੱਤੋਂ LMG ਪਿੱਟ ਕਰਕੇ। ਅਤੇ ਸਾਡੇ ਬੰਦੇ 35 ਅੰਦਰ ਹੀ, ਮਤਲਬ 35 ਕੁ ਜਾਣੇ ਸੀ, 18 ਇੱਕ ਕਮਰੇ 'ਚ ਮਾਰ ਕੇ, 18-19 ਇੱਕ ਕਮਰੇ 'ਚ ਮਾਰ ਕੇ। ਦੋਵਾਂ ਕਮਰੇ 'ਚ ਇਹਨਾਂ ਨੇ 2 ਕਮਰੇ ਸੀਗੇ। ਤੁਸੀਂ ਉਹ ਵਿੱਚ ਹੀ ਸੀ? ਅਸੀਂ ਵਿੱਚ ਸੀਗੇ। ਅਤੇ ਮੈਂ ਸਮਝਦਾ ਵੀ ਅਗਲੇ ਦਿਨ ਤੱਕ ਅਸੀਂ ਫਿਰ ਮੁੱਦੇ ਪਏ। ਮੇਰੇ ਵੀ ਲੱਗੀ ਆ ਗੋਲੀ, ਇੱਥੇ ਸਿਰ ਦੇ ਵਿੱਚ ਹੈਗੀ ਅਜੇ ਵੀ ਥੋੜ੍ਹੀ ਜਿਹੀ। ਅਤੇ ਉਹ ਅਸੀਂ ਮੁੱਦੇ ਪਏ ਰਹੇ। ਫਿਰ ਅਸੀਂ ਉਹ ਖੂਨ ਹੀ ਚੱਟ ਕੇ ਜਿਹੜੀ ਉਹਨਾਂ ਦੀ ਮਿੱਝ ਨਿਕਲੀ ਸੀ ਉਹ ਚੱਟ ਕੇ ਗੁਜ਼ਾਰਾ ਕਰੀ ਗਏ। ਅਗਲੇ ਦਿਨ 2 ਵਜੇ, ਰਾਤ ਦੇ 11 ਵਜੇ ਦੀ ਗੋਲੀ ਚਲਾਈ, 2 ਵਜੇ ਕੱਢਿਆ ਜਾ ਕੇ। ਫਿਰ ਉਹ ਲਾਸ਼ਾਂ ਚੁੱਕੀਆਂ ਸਾਡੇ ਵਿੱਚੋਂ, ਖੂਨ ਸਾਫ਼ ਕੀਤਾ, ਧਵਾਇਆ। ਸਾਨੂੰ ਬੇਹੋਸ਼ ਸੀਗੇ ਬੰਦੇ। ਸੁਜਾਨ ਸਿੰਘ ਹੀ ਸੰਤਾਂ ਦਾ ਇੱਕ ਮੈਂਬਰ ਸ਼੍ਰੋਮਣੀ ਕਮੇਟੀ ਹੁੰਦਾ ਸੀ ਆਪਣੀ ਟਕਸਾਲ ਦਾ ਮਨਾਵਾਂ, ਉਹ ਮੇਰੇ ਸਾਹਮਣੇ ਚੜਾਈ ਕੀਤਾ। ਮਤਲਬ ਸਦਮੇ ਨਾਲ ਹੀ ਚੱਲ ਗਿਆ, ਜਾਂ ਸਮਝ ਲਓ ਬੁਖਾਰ ਹੀ ਇੰਨਾ ਹੋ ਗਿਆ। ਮੇਰੇ ਵੀ ਏਡੇ ਫਲੂਏ ਹੋ ਗਏ ਸਾਰੇ ਸਿਰ ਦੇ ਵਿੱਚ, ਸਰੀਰ ਦੇ ਉੱਤੇ। ਅਤੇ ਅਗਲੇ ਦਿਨ 2 ਵਜੇ ਸਾਨੂੰ ਜਦੋਂ ਇਹਨਾਂ ਨੇ ਕੱਢਿਆ, ਅਤੇ ਫਿਰ ਇਹਨਾਂ ਨੇ ਸਾਡੇ ਕੋਲ ਲਾਸ਼ਾਂ ਚੁੱਕੀਆਂ। ਅਤੇ ਮੈਨੂੰ ਲਾਸ਼ਾਂ ਚੁੱਕ ਕੇ ਉੱਥੇ ਛੋਟਾ ਜਿਹਾ, ਅਤੇ ਇੱਕ ਸਿੰਘ ਸੀਗਾ ਆਪਣਾ ਤੇਜਾ ਸਿੰਘ, ਉਹ ਕਹਿੰਦਾ ਮੈਂ ਸਹਿਕਦਾ ਹੋਊਗਾ। ਉਹ ਕਹਿੰਦਾ ਜੀ ਇਹ ਤਾਂ ਜੀਂਦਾ। ਚਲੋ ਕਿਸੇ ਨੇ ਪਛਾਣ ਕਰ ਲਿਆ। ਫਿਰ ਉਸ ਦਿਨ ਉੱਥੇ ਸਾਨੂੰ 59 ਦਿਨ ਅਲਪ ਨੰਗੇ ਰੱਖਿਆ ਇਹਨਾਂ ਨੇ ਲਗਾਤਾਰ ਉਸ ਕੈਂਪ ਦੇ ਵਿੱਚ। ਜੇ ਅਸੀਂ ਰੋਟੀ ਦਿੰਦੇ ਸੀ ਜਾਂ ਪਿਸ਼ਾਬ ਕਰਨ ਜਾਣਾ ਹੁੰਦਾ ਸੀ ਕਿਤੇ, ਜੰਗਲ ਪਾਣੀ ਦੇ ਆਉਣਾ ਕੀ ਸੀਗਾ, ਉਹ ਇਹਨਾਂ 8 ਕਮੋਡ ਬਣਾਏ ਸੀਗੇ। ਇੱਕ ਫੌਜੀ ਖੜਾ ਸੀ ਰਾਈਫਲ ਲੈ ਕੇ ਅਤੇ ਪੁਰਾਣੀ ਲੈ ਕੇ। ਚਲੋ ਭਾਈ, ਉਹ ਟੈਂਪਰੇਰੀ ਬਣਾਏ ਸੀਗੇ ਜਰਨਲ। ਉੱਥੇ ਜਾਂਦੇ ਸੀ ਤਾਂ ਹਰ ਮੋੜ 'ਤੇ ਇੱਕ ਪੁਰਾਣੀ ਵੱਜਦੀ ਸੀ ਚਿੱਤੜਾਂ ਦੇ। ਤੋਂ ਜਦੋਂ ਮਾਰਦੇ ਸੀ ਤਾਂ ਬੰਦਾ ਕਰਾਉਣਾ ਕੀ ਹੁੰਦਾ ਸੀਗਾ, ਉੱਥੋਂ ਮੁੜ ਕੇ ਆ ਕੇ ਵਾਪਸ ਫਿਰ ਕਮਰੇ 'ਚ ਤਾੜ ਦੇਣਾ। ਜੇ ਰੋਟੀ ਦੇਣੀ ਤਾਂ ਜਿਹੜੇ ਕੁੱਤੇ ਰੱਖੇ ਸੀ ਇਹਨਾਂ ਨੇ, ਰੋਟੀ ਫੜਾਉਣੀ ਨਾਲ ਸੰਗਲੀ ਢਿੱਲੀ ਉਹਦੀ ਕਰਨੀ, ਉਹਨੇ ਰੋਟੀ ਖੋਲ੍ਹ ਲੈਣੀ, ਸਾਨੂੰ ਵਾਪਸ ਭੇਜ ਦੇਣਾ ਕੁੱਟ ਕੇ। ਆਹ ਸੀਗਾ ਇਹ ਹਾਲਾਤ। ਮਤਲਬ ਇਹਨਾਂ ਨੇ ਟਾਰਚਰ ਕਰਨ ਵਾਲੀ ਯਾਦਵਿੰਦਰ ਕੋਈ ਕਸਰ ਨਹੀਂ ਛੱਡੀ। ਉਹ ਅਸੀਂ ਜੇ ਯਾਦ ਵੀ ਕਰਦੇ ਹਾਂ ਨਾ ਕਿਤੇ ਨਾ ਕਿਤੇ, ਸਾਨੂੰ ਇੰਝ ਲੱਗਦਾ ਵੀ ਇਹ ਅਸੀਂ ਉਹ ਅਨਿਆਂ ਕਰ ਰਹੇ ਹਾਂ ਆਪਣੇ ਆਪ ਨਾਲ। ਹੁਣ ਉਹ ਯਾਦ ਕਰਨਾ ਵੀ ਸਾਨੂੰ ਲੱਗਦਾ ਵੀ ਅਨਿਆਂ ਹੋ ਰਿਹਾ ਸਾਡੇ ਨਾਲ। ਉਹ ਜਿਹੜਾ ਟਾਰਚਰ ਆ ਅਸੀਂ ਜਵਾਨੀ 'ਚ ਸਹਿ ਗਏ, ਵੱਖਰੀ ਗੱਲ ਹੈ। ਤਾਂ ਅਸੀਂ ਤਾਂ ਖੁਸ਼ਕਿਸਮ ਸਮਝਦੇ ਆਪਣੇ ਆਪ ਨੂੰ ਵੀ ਅਜੇ ਵੀ ਅਸੀਂ ਬਾਉਂਸ ਜ਼ਿੰਦਗੀ ਭੋਗ ਰਹੇ ਹਾਂ। ਸਾਡੀ ਬੋਨਸ ਹੈ 35 ਸਾਲ ਅਸੀਂ ਭੋਗ ਲਏ, ਬੋਨਸ ਭੋਗ ਲਿਆ। ਕੋਈ ਚਲਾਕੀ ਨਾ, ਜੇ ਕੋਈ ਕਵੇ ਬੰਦਾ ਉੱਥੋਂ ਕੋਈ ਚਲਾਕੀ ਨਾਲ ਬਚ ਕੇ ਆ ਗਿਆ, ਜਾਂ ਕੋਈ ਆਪਣੀ ਸਿਆਣਪਣ ਆ ਗਿਆ, ਜਾਂ ਜੇ ਬੜਾ ਸਿਆਣਾ ਸੀ, ਉਹ ਨਹੀਂ ਸੀ ਕੋਈ ਗੱਲ। ਜਿਹੜਾ ਸਾਡਾ ਵਾਲਾ ਪਾਸਾ ਸੀ। ਗੋਲੀ ਸਿਰ 'ਚ ਹੀ ਲੱਗੀ, ਕਿਤੇ ਹੋਰ ਵੀ ਗੋਲੀ ਲੱਗੀ? ਨਹੀਂ, ਹੋਰ ਨਹੀਂ, ਸਿਰ 'ਤੇ ਲੱਗੀਆਂ ਸੀ 2। ਜਿਵੇਂ ਨਾ ਉਹ ਸਾਨੂੰ ਤਾਂ ਪਤਾ ਨਹੀਂ ਸੀ, ਸਰੇ ਸੁਰੇ ਕਿਤੇ ਵੱਜੇ ਹੋਣੇ ਆ। ਉਹ ਤਾਂ ਮੈਨੂੰ ਕਈ ਦਿਨਾਂ ਬਾਅਦ ਜਾ ਕੇ, ਜਿਵੇਂ ਮੇਰੇ ਨਹੁੰ ਵੱਡੇ ਹੋ ਗਏ ਤਾਂ ਉਹ ਖਾਜ ਜੀ ਨਹੀਂ ਸੀ ਹਟਦੀ। ਮੈਂ ਨਹੁੰ ਮਾਰਿਆ ਅਤੇ ਉਹ ਨਾਲ ਹੀ ਸਿੱਕਾ ਜਿਹਾ ਤਾਂ ਆ ਗਿਆ। ਮੈਂ ਇਹ ਆਇਆ ਕਿਤੇ ਵਿੱਚ ਬੜੀ ਫਿਰਦਾ। ਉਹ ਮੈਨੂੰ ਇੱਕ ਨਾਲ ਕਹਿੰਦਾ ਵੀ ਇਹ ਤਾਂ ਗੋਲੀ ਆ। ਪਰ ਸਾਡੇ ਗੁਰੂ ਨੇ ਕਿਰਪਾ ਕੀਤੀ ਵੀ ਚਲੋ ਉਹਦਾ ਜ਼ਖਮ ਵੀ ਆਪੇ ਹੀ ਮਿਟ ਮੁੱਟ ਗਿਆ ਅਤੇ ਸਾਡਾ ਸਿਸਟਮ ਚੱਲ ਗਿਆ। 59 ਦਿਨ ਬਾਅਦ ਸਾਨੂੰ ਨਾਭੇ ਜੇਲ੍ਹ 'ਚ ਲੈ ਗਏ ਇੱਥੋਂ ਆਰਮੀ ਦੀਆਂ ਗੱਡੀਆਂ 'ਚ। ਉੱਥੇ ਸਾਨੂੰ ਹਿੰਦੁਸਤਾਨ ਦੀਆਂ ਇੰਟੈਰੋਗੇਸ਼ਨ ਏਜੰਸੀਆਂ ਜਿਹੜੀਆਂ ਉਹਨਾਂ ਦੇ ਹਵਾਲੇ ਕਰਤਾ ਆਰਮੀ ਨੇ। ਪਰ ਉੱਥੇ ਵੀ ਇਹਨਾਂ ਨੇ ਮੇਰੀ ਬਹੁਤ ਦੁਰਗਤ ਕੀਤੀ। ਉੱਥੇ ਲਗਾਤਾਰ ਉੱਥੇ ਸਾਡੀ ਇੰਟੈਰੋਗੇਸ਼ਨ ਹੋਈ ਜਨਾਨਾ ਹੱਥਾਂ ਨਾਭੇ ਜੇਲ੍ਹ 'ਚ। ਉਹ ਕੁਦਰਤੀ ਹੋਇਆ ਵੀ ਇੱਕ ਡਿਪਟੀ ਸੁਪਰਡੈਂਟ ਜਿਹੜਾ ਸੀ ਉਸ ਵੇਲੇ ਦਾ ਜੇਲ੍ਹ 'ਚ, ਉਹ ਰਾਤ ਇੱਕ ਦਿਨ ਮੇਰੇ ਕੋਲ ਮੈਨੂੰ ਫਾਂਸੀ ਚੱਕੀਆਂ 'ਚ ਰੱਖਿਆ ਸੀ। ਉੱਥੇ ਇਕੱਲੇ ਨੂੰ ਰੱਖਦੇ ਸੀ। ਸਵੇਰ ਤੋਂ ਲੈ ਕੇ 6 ਵਜੇ ਕੱਢਦੇ ਸੀ, ਰਾਤ ਨੂੰ 8 ਵਜੇ ਉੱਥੇ ਵਾਰ ਆਉਂਦੇ ਸੀ ਜਾ ਕੇ। ਉਹ ਮੇਰੇ ਕੋਲ ਆਇਆ ਰਾਤ ਦੌਰੇ 'ਤੇ, ਇੱਕ ਪੈਨਸਲ ਅਤੇ ਕਾਗਜ਼ ਦੇ ਗਿਆ, ਇੱਥੇ ਲਿਖ ਦੇ ਵੀ ਮੈਨੂੰ ਇੱਥੇ ਰੱਖਿਆ। ਅਤੇ ਮੈਂ ਨਾਭੇ ਜੇਲ੍ਹ 'ਚ, ਅਤੇ ਮੈਂ ਨਾਭਾ ਜੇਲ੍ਹ ਆਏ, ਅੱਖਾਂ ਬੰਨ੍ਹ ਕੇ ਲੱਗੇ, ਸਾਨੂੰ ਤਾਂ ਪਤਾ ਨਹੀਂ ਵੀ ਆਏ ਕਿੱਥੇ ਆ, ਅਤੇ ਵੀ ਤੂੰ ਇੱਥੇ ਆ ਅਤੇ ਤੇਰੀ ਬਹੁਤ ਬੁਰੀ ਹਾਲਤ ਹੈ ਮੇਰੀ, ਅਤੇ ਮੈਨੂੰ ਬਚਾਓ ਕਿਸ ਤਰੀਕੇ ਨਾਲ। ਉਹ ਚਿੱਠੀ ਉਹਨੇ ਬਾਹਰ ਕੱਢੀ, ਉਹ ਮੇਰੇ ਫਾਦਰ ਤੱਕ ਪਹੁੰਚ ਗਈ। ਉਹ ਚਿੱਠੀ ਹਾਈ ਕੋਰਟ 'ਚ ਸਾਡੀ ਹੈਬਿਸ ਕਾਰਪਸ ਬਣ ਗਈ। ਅਤੇ ਅਗਲੇ ਦਿਨ ਇੱਕ ਵਾਰੰਟ ਆਫਿਸਰ ਨੇ ਆ ਕੇ ਰੇਡ ਕੀਤਾ, ਅਤੇ ਮੈਨੂੰ 6 ਵਜੇ ਉਹ ਬੰਦੇ ਨੇ ਆ ਕੇ, ਮੇਰੇ ਫਾਦਰ ਵੀ ਨਾਲ ਸੀਗੇ, ਚਲੋ ਇਹਨਾਂ ਨੂੰ ਤਾਂ ਅੰਦਰ ਨਹੀਂ ਸੀ ਜਾਣ ਦਿੱਤਾ, ਪਰ ਉਹਨਾਂ ਨੂੰ ਮੈਂ ਸਾਰੀ ਲੋਕੇਸ਼ਨ ਲਿਖਤੀ ਵੀ ਕੋਈ ਜਨਾਨ, ਉਹਨੇ ਦੱਸਤਾ ਮੈਨੂੰ ਵੀ ਜਨਾਨਾ ਅਤੇ ਇਹਨਾਂ ਨੇ ਬਣਾਇਆ ਤੂੰ ਉੱਥੇ ਜਰਾ। ਉੱਥੇ ਜਾ ਕੇ ਉਹਨਾਂ ਨੇ ਮੈਨੂੰ ਪੁੱਠੇ ਟੰਗੇ ਨੂੰ ਲਾਇਆ 6 ਵਜੇ ਸਵੇਰੇ। ਫਿਰ ਉਹਨੇ ਉਸ ਦਿਨ, ਮੈਂ ਸਮਝਦਾ ਵੀ ਮੈਂ ਉਸ ਦਿਨ ਪਹਿਲੇ ਦਿਨ ਅਸੀਂ ਉਹਨੇ ਮੈਨੂੰ ਚਾਹ ਪਿਆਈ ਸੁਪਰਡੈਂਟ ਦੇ ਕਮਰੇ 'ਚ ਸੱਦ ਕੇ, ਨਾਲ ਸੁਪਰਡੈਂਟ ਦੀ ਬੇਇੱਜ਼ਤੀ ਕੀਤੀ ਜਿੰਨੀ ਕਰ ਸਕਦੇ ਸੀ। ਉਸ ਦਿਨ ਹੀ ਉਹਨੇ ਮੈਨੂੰ ਚੱਜ ਨਾਲ ਕੱਪੜੇ ਪਵਾਏ। ਅਤੇ ਇਹਨਾਂ ਨੇ ਉਹ ਸੈਂਟਰ, ਉਹਨੇ 32 ਜਿਹੜੇ ਆਫੀਸਰ ਸੀਗੇ ਉਹਦੇ ਉਹ ਇਨਵੋਲਵ ਕੀਤੀ ਉਸ ਕੇਸ ਦੇ ਵਿੱਚ। 32 ਨੂੰ ਜੁਰਮਾਨਾ ਕੀਤਾ। CBI ਦੇ ਅਫਸਰ ਸੀਗੇ ਬਹੁਤ ਸਾਰੇ ਵਿੱਚ। ਉਹ ਜੁਰਮਾਨਾ ਉਹਨਾਂ ਦੀ ਤਨਖਾਹ 'ਚੋਂ ਤਰਿਆ ਹੋਇਆ ਸਾਡੇ ਕੋਲ ਆਇਆ। ਟਵਾਣਾ ਕਮਿਸ਼ਨ ਬਣਿਆ ਉਹਦੇ ਵਾਸਤੇ, ਮੁੜ ਕੇ ਇੱਕ ਟਵਾਣਾ ਕਮਿਸ਼ਨ ਬਣਿਆ CS ਟਵਾਣਾ। ਉਹ ਕਮਿਸ਼ਨ ਜਿਹੜਾ ਉਹ 90 ਬੰਦਿਆਂ ਨੂੰ, ਸਾਨੂੰ 2 ਬੰਦਿਆਂ ਨੂੰ 15,000 ਰੁਪਈਆ ਦਿੱਤਾ, ਕਿਸੇ ਨੂੰ 10, ਬਾਕੀ ਬੰਦਿਆਂ ਨੂੰ 10,000 ਰੁਪਈਆ। ਉਸ ਕਮਿਸ਼ਨ ਦੀ ਰਿਪੋਰਟ 'ਤੇ ਸਾਨੂੰ ਇਹਨਾਂ ਨੂੰ ਦੇਣਾ ਪਿਆ। ਪਰ ਉਹ 'ਚ 32 ਬੰਦੇ ਅਫਸਰ ਇਹਨਾਂ ਦੇ ਸਸਪੈਂਡ ਹੋਏ ਉਸ ਵੇਲੇ।
ਇਹਨਾਂ ਨੇ ਅਗਲੇ ਦਿਨ ਹੀ ਲੱਡਾ ਕੋਠੀ ਇੱਕ ਤੁਹਾਡੇ ਉੱਥੇ ਸੰਗਰੂਰ ਕੋਲੇ ਹੈਗੀ ਆ, ਉਹਨੂੰ ਇੰਟੈਰੋਗੇਸ਼ਨ ਸੈਂਟਰ ਵਿੱਚ ਸਬ ਜੇਲ੍ਹ ਦਾ ਦਰਜਾ ਦੇ ਕੇ ਉੱਥੇ ਲੈ ਗਏ। ਉੱਥੇ ਫਿਰ ਇਹਨਾਂ ਨੇ ਇੰਟੈਰੋਗੇਟ ਕੀਤਾ 1 ਮਹੀਨਾ ਲਗਾਤਾਰ ਸਾਨੂੰ, ਜੋ ਕੁਝ ਕਰ ਸਕਦੇ ਸੀ। ਫਿਰ ਉਹ ਕਹਿੰਦੇ ਵੀ ਹੁਣ ਬਣਾ ਲਓ। ਫਿਰ ਇੱਕ ਚੀਮਾ ਜੱਜ ਸੀਗੇ, ਸੈਸ਼ਨ ਜੱਜ ਹਾਈ ਕੋਰਟ 'ਚ ਪਤਾ ਲੱਗ ਗਿਆ ਕਿਤੇ ਇਸ ਗੱਲ ਦਾ ਵੀ ਉਹ ਬੰਦੇ ਜਿਹੜੇ ਉੱਥੇ ਇੰਟੈਰੋਗੇਟ ਕਰ ਰਹੇ ਆ ਲਿਜਾ ਕੇ ਹੁਣ। ਫਿਰ ਉਹ ਸੈਸ਼ਨ ਜੱਜ ਸੀ, ਸੈਸ਼ਨ ਜੱਜ ਦੀ ਡਿਊਟੀ ਲੱਗੀ ਸੰਗਰੂਰ ਦੁਆਲੇ ਦੀ, ਉਹਨੇ ਜਾ ਕੇ ਮੈਨੂੰ ਗੋਤੇ ਦੇ ਰਹੇ ਸੀ। ਜਦੋਂ ਮੈਨੂੰ ਕੱਢਿਆ ਉਹ ਸੂਆ ਲੰਘਦਾ ਉਹਦੇ ਵਿੱਚੋਂ ਛੋਟਾ ਜਿਹਾ ਉਹਦੇ ਵਿੱਚ ਗੋਤੇ ਦਿੰਦੇ ਸੀ। ਉਹਨੇ ਰੇਡ ਕਰਕੇ ਉਹ ਉੱਥੋਂ ਹਟਾਇਆ, ਫਿਰ ਉਹ ਸੈਂਟਰ ਤੋੜਿਆ। ਉਦੋਂ ਬਾਅਦ ਫਿਰ ਸਾਨੂੰ ਲੈ ਗਏ ਉੱਥੇ ਜੋਧਪੁਰ। ਅੱਜ ਜਦੋਂ ਯਾਦ ਕਰਦੇ ਹੋ ਇੰਨੇ ਸਾਲ ਪਹਿਲਾਂ ਜੋ ਹੋਇਆ 1984 ਨੂੰ ਤੇ 2021 'ਚ ਆਪਾਂ ਬੈਠੇ ਹਾਂ, ਕੀ ਲੱਗਦਾ ਗਾ ਉਹ ਲੜਾਈ ਬਾਰੇ, ਉਹ ਗੱਲਾਂ ਬਾਰੇ, ਉਹ ਸਾਰੇ ਇਸ਼ੂ ਬਾਰੇ? ਨਹੀਂ ਲੱਗਦਾ ਤਾਂ ਕੁਛ ਨਹੀਂ ਹੈ ਜੀ। ਇੱਕ ਉਹ ਸਾਡੀ ਡਿਊਟੀ ਸੀਗੀ, ਪਰਮਾਤਮਾ ਲਾਈ, ਉਹ ਅਸੀਂ ਪੂਰੀ ਕੀਤੀ ਹੈ। ਜਿਹੜੀ ਲਾਈ ਸੀ ਡਿਊਟੀ, ਜੋ ਸਾਡੀ ਜਵਾਨੀ ਜਿਹੜਾ ਕੰਮ ਸਾਡੇ ਕੋਲ ਗੁਰੂ ਹਰਗੋਬਿੰਦ ਪਾਤਸ਼ਾਹ ਲੈਣਾ ਸੀ ਉਹ ਸਾਡੇ ਕੋਲ ਲੈ ਲਿਆ, ਅਸੀਂ ਉਹ ਕੰਮ ਕਰੀ ਗਏ। ਲੱਗਦਾ ਤਾਂ ਇਹ ਆ ਵੀ ਅਸੀਂ ਆਪਣੀ ਜਵਾਨੀ ਲਾਈ ਉਹਦੇ ਵਾਸਤੇ, ਸਾਨੂੰ ਅੱਜ ਵੀ ਉਹ ਖੁਸ਼ੀ ਆ ਉਸ ਗੱਲ ਦੀ। ਕੋਈ ਮਤਲਬ ਇਹ ਨਹੀਂ ਆ ਵੀ ਅਸੀਂ ਘਾਟਾ ਸਮਝਦੇ ਹਾਂ ਕੋਈ, ਕਿਉਂਕਿ ਅਸੀਂ ਇਤਿਹਾਸ ਪੜ੍ਹਿਆ ਸੀ 3 ਘੱਲੂਘਾਰਿਆਂ ਦਾ, 2 ਘੱਲੂਘਾਰੇ ਪੜ੍ਹੇ ਸੀ, ਤੀਜਾ ਸਾਡੇ ਹਿੱਸੇ ਆਇਆ। ਉਸ ਘੱਲੂਘਾਰੇ ਨੂੰ ਅਸੀਂ ਉਹ ਸਿੰਘ ਤਾਂ ਦੇਖੇ ਨਹੀਂ ਸੀ ਵੀ 35,000 ਕੁੱਕੜਾਂ ਹਰੀੜੇ ਦੇ ਮੈਦਾਨ 'ਚ ਮਾਰਤਾ, 18,000 ਕਾਹਨੂੰਵਾਨ ਸਾਡੇ ਜਿਹੜੇ 'ਚ ਮਾਰਤਾ। ਅਤੇ ਸਾਨੂੰ ਇਹ ਲੱਗਿਆ ਵੀ ਅਸੀਂ ਇਹ ਤੀਜਾ ਘੱਲੂਘਾਰਾ ਜਿਹੜਾ ਲੜ ਕੇ ਵੇਖਿਆ, ਇਤਿਹਾਸ ਵਿੱਚ ਸਾਡਾ ਵੀ ਨਾਮ ਹੀ ਰਹੂਗਾ ਅਤੇ ਇਤਿਹਾਸ ਬਣਾਉਣ ਵਾਲਿਆਂ 'ਚ ਵੀ ਅਸੀਂ ਸ਼ਾਮਲ ਹੋ ਗਏ। ਸਾਨੂੰ ਕੋਈ ਮਲਾਲ ਨਹੀਂ ਹੈ ਕਿ ਅਸੀਂ ਕੋਈ ਗਲਤ ਕੰਮ ਕੀਤਾ। ਠੀਕ ਆ, ਅਸੀਂ ਨੌਕਰੀਆਂ ਗਵਾਈਆਂ, ਆਪਣੇ ਪਰਿਵਾਰ ਉਜਾੜੇ, ਘਰ ਉਜਾੜੇ, ਸਾਡੇ ਪਰਿਵਾਰ ਉੱਜੜ ਗਏ ਮਗਰੋਂ ਭਰਾ। ਤੁਹਾਨੂੰ ਲੱਗਦਾ ਉਹ ਇਸ਼ੂ ਸੀ ਜਿਹੜੇ? ਨਹੀਂ, ਇਸ਼ੂ ਵੇਖੋ ਸਾਡਾ ਨਹੀਂ ਸੀ ਕੋਈ ਇਸ਼ੂ ਕਦੀ ਵੀ। ਜਿਹੜੇ ਵੀ ਇਸ਼ੂ ਸੀ ਤੁਹਾਨੂੰ ਲੱਗਦਾ ਰਿਜ਼ੋਲਵ ਹੋਏ ਨੇ? ਨਹੀਂ, ਕੋਈ ਸੋਲਵ ਨਹੀਂ ਹੋਇਆ। ਵੇਖੋ ਨਾ ਤਾਂ ਉਹ ਸੋਲਵ ਹੋ ਸਕੇ, ਨਾ ਉਹ ਹੱਲ ਹੋ ਸਕੇ, ਕਿਸੇ ਬੰਨੇ ਕੋਈ ਮਸਲਾ ਤਾਂ ਉਹ ਨਿਕਲਿਆ ਨਹੀਂ ਕੋਈ ਵੀ। ਪਰ ਉਹ ਸਾਨੂੰ ਇਹ ਆ ਵੀ ਸਾਡਾ ਇੱਕ ਇਤਿਹਾਸ ਜਿਉਂਦਾ ਹੋ ਗਿਆ। ਜਿਵੇਂ ਮੈਂ ਤੁਹਾਨੂੰ ਪਹਿਲੇ ਆਉਂਦਿਆਂ ਗੱਲ ਕੀਤੀ ਵੀ ਸਾਰੇ ਹੀ ਜਦੋਂ ਮੈਂ ਕਾਲਜ ਐਡਮਿਸ਼ਨ ਲਈ ਸਾਰੇ ਤੇਰੇ ਵਰਗੇ ਸੀਗੇ ਉਹ ਵੇਲੇ, ਸਾਰੇ ਮੋਨੇ ਮੁੰਡੇ। ਪਰ ਸਿੱਖੀ ਦਾ ਜੇ ਗੁਰੂ ਨਾਨਕ ਕਾਲਜ 'ਚ ਅਸੀਂ ਜਾਂਦੇ ਹਾਂ ਤਾਂ ਉੱਥੇ ਵੀ ਮੋਨੇ ਮੁੰਡੇ, ਜੇ ਅਸੀਂ ਕ੍ਰਿਸਚਨ ਕਾਲਜ ਜਾਂਦੇ ਹਾਂ ਤਾਂ ਉੱਥੇ ਵੀ ਮੁੰਡੇ, ਜੇ ਗੁਰੂ ਨਾਨਕ ਯੂਨੀਵਰਸਿਟੀ ਜਾਂਦੇ ਤਾਂ ਉੱਥੇ ਵੀ ਸਾਰੀ ਕਲਾਸ ਮੋਨਿਆਂ ਦੀ। ਪਰ ਸਾਨੂੰ ਉਹਦੇ ਨਾਲ ਇਹ ਫਰਕ ਪਿਆ ਯਾਦਵਿੰਦਰ ਵੀ ਉਸ ਮੂਵਮੈਂਟ ਦੇ ਨਾਲ ਉਸ ਵੇਲੇ ਸਿੱਖੀ ਦਾ ਪ੍ਰਸਾਰ ਬਹੁਤ ਹੋਇਆ। ਉਹ ਮੂਵਮੈਂਟ ਨਾਲ ਅਸੀਂ 35 ਸਾਲ ਜਿਉਂਦਿਆਂ ਕੱਢੇ। ਅੱਜ ਜੇ ਸਾਡੇ 'ਚ ਫਿਰ ਗਿਰਾਵਟ ਆਈ ਹੈ ਤਾਂ ਉਹ ਸਾਡੀਆਂ ਆਪਣੀਆਂ ਕਮਜ਼ੋਰੀਆਂ ਕਰਕੇ ਆ, ਕਿਸੇ ਕਰਕੇ ਨਹੀਂ। ਕੋਈ ਸਰਕਾਰਾਂ ਤਾਂ ਹਮੇਸ਼ਾ ਹੀ ਯਾਦਵਿੰਦਰ ਧੱਕਾ ਕਰਦੀਆਂ, ਅਤੇ ਸਮੇਂ ਦੀ ਸਰਕਾਰ ਕਿਸੇ ਦੀ ਵੀ ਹੋਵੇ, ਭਾਵੇਂ ਅੰਗਰੇਜ਼ ਦੀ ਹੋਵੇ, ਭਾਵੇਂ ਮੁਗਲਾਂ ਦੀ ਹੋਵੇ, ਭਾਵੇਂ ਅੱਜ ਸੈਂਟਰ ਦੀ ਸਰਕਾਰ ਹੈ, ਚਾਹੇ ਇੰਦਰਾ ਗਾਂਧੀ ਦੀ ਸੀ, ਉਹਨਾਂ ਵੀ ਉਹ ਕੁਝ ਕੀਤਾ ਪੰਜਾਬ ਨਾਲ। ਜੇ ਅੱਜ ਮੋਦੀ ਦੀ ਆ, ਉਹਨਾਂ ਵੀ ਉਹ ਕੁਝ ਕੀਤਾ। ਅੱਜ ਦੇਖੋ ਨਾ, ਸਿੱਖੀ ਇਹ ਕੋਈ ਕਿਸਾਨੀ ਅੰਦੋਲਨ ਥੋੜ੍ਹਾ, ਇਕੱਲਾ ਪੰਜਾਬ ਦੇ ਕਿਸਾਨ ਦਾ ਅੰਦੋਲਨ ਨਹੀਂ ਸੀ, ਪਰ ਉਹਨੂੰ ਸਿੱਖ ਨੂੰ ਟਾਰਗੇਟ ਕਰਕੇ ਵੀ ਅੰਦੋਲਨ ਕਿਸਾਨ ਦਾ ਪੰਜਾਬ ਦਾ, ਅਤੇ ਉਹ ਪੱਗਾਂ ਵਾਲੇ ਦਿਖਦੇ ਆ ਵੀ ਇਹ ਜਿਹੜੀ ਇਹ ਖਾਲਿਸਤਾਨੀ ਬਣ ਜਾਂਦੇ। ਜੇ ਪੱਗ ਸਿਰ 'ਤੇ ਆ ਜੇ ਤੇ ਖਾਲਿਸਤਾਨੀ ਬਣ ਜਾਂਦੇ। ਉਹ ਕਿਸਾਨ ਅੰਦੋਲਨ ਪਿੱਛੇ ਰਹਿੰਦਾ, ਉਹਨੂੰ ਖਾਲਿਸਤਾਨੀ ਕਹਿ ਕੇ ਬਦਨਾਮ ਕੀਤਾ, ਉਹਨੂੰ ਕੋਈ ਕਹਿ ਕੇ ਬਦਨਾਮ ਕੀਤਾ, ਏਜੰਸੀਆਂ ਦੇ ਕਹਿ ਕੇ ਬਦਨਾਮ ਕੀਤਾ। ਪਰ ਉਹ ਅੰਦੋਲਨ ਜਿਹੜਾ ਭਖਿਆ, ਅਤੇ ਉਹ ਹੁਣ ਜਿਹੜੇ ਬੰਦੇ ਅੰਦੋਲਨ ਲੜ ਰਹੇ ਆ, ਅੱਜ 6 ਮਹੀਨੇ ਤੋਂ ਬਾਰਡਰ 'ਤੇ ਬੈਠੇ ਆ, ਇਤਿਹਾਸ ਉਹਨਾਂ ਦੇ ਵੰਡੇ ਵੀ ਆਉਣਾ, ਠੀਕ ਹੈ ਨਾ। ਅਸੀਂ ਸਮਝਦੇ ਵੀ ਅਸੀਂ ਇਤਿਹਾਸ ਬਣਾਉਣ ਵਾਲਿਆਂ 'ਚ, ਅਤੇ ਉਹ ਜਿਹੜਾ ਇਤਿਹਾਸ ਅਸੀਂ ਬਣਾਇਆ ਹੈ, ਅਸੀਂ ਕੋਈ ਗਲਤ ਕੰਮ ਨਹੀਂ ਕੀਤਾ ਉਹਦੇ 'ਚ। ਜੇ ਅਸੀਂ ਕੋਈ ਗਲਤ ਕੰਮ ਨਹੀਂ ਕੀਤਾ, ਅੱਜ ਮੈਂ ਵੀ BC ਲੱਗ ਸਕਦਾ ਸੀ। ਮੈਂ ਵੀ ਮੈਂ PCS ਦੇ ਪੇਪਰ ਦਿੱਤੇ ਸੀਗੇ, ਮੈਨੂੰ ਪੇਪਰ ਨਹੀਂ ਦਿਆ। ਮੈਂ ਜੋਧਪੁਰੋਂ ਵੀ ਪੇਪਰ ਭਰਤਾ ਸੀ ਆਪਣਾ, ਪਰ ਮੈਨੂੰ ਇਹਨਾਂ ਨੇ ਲਿਆ ਕੇ ਜੋਧਪੁਰ ਦੇ ਅੱਡੇ 'ਚ ਕਹਿਤਾ ਜੀ ਜਹਾਜ਼ ਖਰਾਬ ਹੋ ਗਿਆ, ਨਹੀਂ ਜਾ ਸਕਦੇ ਤੁਸੀਂ, ਵਾਪਸ ਚਲੋ ਜੇਲ੍ਹ 'ਚ। ਅਤੇ ਅਸੀਂ ਪੜ੍ਹਦੇ ਸੀ ਯੂਨੀਵਰਸਿਟੀ 'ਚ, ਇੱਥੇ ਯੂਨੀਵਰਸਿਟੀ 'ਚ ਅਸੀਂ ਆਪਣਾ ਨਾਮ ਬਣਾਇਆ, ਆ ਕੇ ਪ੍ਰੈਜ਼ੀਡੈਂਟ ਬਣਿਆ, ਸਾਰਾ ਕੁਝ ਕੀਤਾ, ਆ ਕੇ ਫੈਡਰੇਸ਼ਨ ਦੇ ਝੰਡੇ ਗੱਡੇ। ਆ ਕੇ ਇੱਕੋ ਹੀ ਕਾਨਫਰੰਸ ਹੋਈ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਅੱਜ ਤੱਕ ਦੇ ਇਤਿਹਾਸ ਦੇ ਵਿੱਚ ਫੈਡਰੇਸ਼ਨ ਦੀ, ਉਹ ਜਸਵੀਰ ਸਿੰਘ ਘੁੰਮਣ ਨੇ ਕਰਾਈ ਹੈ। ਉਸ 10,000 ਸਟੂਡੈਂਟ ਦਾ ਮੈਂ ਇੱਥੇ ਇਕੱਠ ਕੀਤਾ। ਉਹਦੇ ਵਿੱਚ ਸੁਖਜਿੰਦਰ ਸਿੰਘ ਆ, ਜਿਹੜੇ ਸੁਖਪਾਲ ਸਿੰਘ ਖਹਿਰਾ ਦੇ ਫਾਦਰ ਨੇ, ਉਹ ਭਰਪੂਰ ਸਿੰਘ ਬਲਬੀਰ ਹੁੰਦੇ ਸੀ, ਇੱਕ ਅਕਾਲੀ ਪੱਤਰਕਾਰ ਦੇ ਐਡੀਟਰ। ਉਹ 2 ਬੰਦੇ ਅਸੀਂ ਬੁਲਾਏ, ਉਹ ਬੋਲੇ, 1 ਘੰਟਾ ਬੋਲ ਕੇ ਗਏ। ਸਾਨੂੰ ਦੱਸ ਕੇ ਗਏ ਸਿੱਖਾਂ ਦੇ ਵਿੱਚ ਉਸ ਵੇਲੇ ਆਭਾਰ ਤਾਂ ਨੌਜਵਾਨੀ 'ਚ ਆਇਆ ਨਾ, ਜਿਹੜਾ ਅੱਜ ਸਾਨੂੰ ਘਾਟ ਮਹਿਸੂਸ ਹੋ ਰਹੀ ਆ। ਕਿਉਂਕਿ ਅੱਜ ਵੀ ਸਾਨੂੰ ਘਾਟ ਆ, ਸਾਡੇ ਬੱਚੇ ਕਿਉਂ ਭੱਜ ਰਹੇ ਬਾਹਰ, ਸਿਰਫ ਇਸ ਕਰਕੇ ਭੱਜ ਰਹੇ ਵੀ ਸਾਡੇ ਕੋਲ ਥਾਂ ਹੀ ਕੋਈ ਨਹੀਂ ਹੈਗਾ। ਨਾ ਸਿੱਖੀ ਰਹੀ, ਨਾ ਆਰਥਿਕਤਾ ਰਹੀ, ਨਾ ਧਰਮ ਰਿਹਾ। ਸਾਡੇ ਰਹਿਬਰ ਸਾਨੂੰ ਮਾੜੇ ਮਿਲ ਗਏ, ਇਸ ਚੱਕਰ ਕਰਕੇ ਅਸੀਂ ਪਛਾਣ ਚੱਲ ਗਏ। ਧੰਨਵਾਦ ਜਸਵੀਰ ਜੀ ਤੁਹਾਡਾ। ਥੈਂਕ ਯੂ। ਇਹ ਨੇ ਜਸਬੀਰ ਸਿੰਘ ਘੁੰਮਣ, ਜਿਨ੍ਹਾਂ ਨੇ ਸਾਰੀ ਦਾਸਤਾਨ ਸੁਣਾਈ, ਔਰ ਬਹੁਤ ਹੀ ਦਰਦਨਾਕ ਦਾਸਤਾਨਾਂ ਨੇ ਉਸ ਦੌਰ ਦੀਆਂ, ਅਤੇ ਬਹੁਤ ਸਾਰਾ ਕੁਝ ਜਿਵੇਂ ਇਹਨਾਂ ਨੇ ਕਿਹਾ ਯਾਦ ਕਰਨ ਨੂੰ ਜੀ ਨਹੀਂ ਕਰਦਾ। ਇਹ ਆਪਣੇ ਆਪ 'ਚ ਬਹੁਤ ਵੱਡੀ ਗੱਲ ਹੈ ਕਿ ਤੁਸੀਂ ਹਮੇਸ਼ਾ ਆਪਣੀਆਂ ਯਾਦਾਂ ਨੂੰ ਸਮੋ ਕੇ ਰੱਖਦੇ ਹੋ, ਯਾਦ ਕਰਦੇ ਹੋ, ਪਰ ਕੋਈ ਕਹਿ ਰਿਹਾ ਕਿ ਮੈਨੂੰ ਯਾਦ ਕਰਨ ਨੂੰ ਜੀ ਨਹੀਂ ਕਰਦਾ, ਅਤੇ ਇਹਦਾ ਮਤਲਬ ਕੀ ਹੈ ਤੁਸੀਂ ਸਮਝ ਰਹੇ ਹੋਵੋਗੇ।